ਜਿਹੜੇ ਮੋਦੀ ਜੀ ਦੀ ਗੱਲ ਹੈ, ਨਾ ਖਾਊਂਗਾ ਨਾ ਖਾਣੇ ਦੂੰਗਾ, ਇਹਦੇ ਤੋਂ ਕੀ ਡਿਪਿਕਟ ਹੁੰਦਾ ਵੀ ਕੀ ਹੋ ਕੀ ਰਿਹਾ ਇੱਥੇ। ਕੁੱਤਿਆਂ ਦੇ ਵੀ ਨਹੀਂ ਪੈਸੇ ਛੱਡੇ, ਕੁੱਤਿਆਂ ਵਿਚਾਰਿਆਂ ਨੇ ਕਿਹੜਾ ਬੋਲ ਕੇ ਦੱਸਣਾ ਵੀ ਡਾਕਟਰ ਨੂੰ ਕੰਮ ਆਉਂਦਾ ਕਿ ਨਹੀਂ ਆਉਂਦਾ, ਕਿ ਅਸੀਂ ਤਕਲੀਫ 'ਚ ਹਾਂ, ਕਿ ਸਾਡਾ ਆਪਰੇਸ਼ਨ ਠੀਕ ਨਹੀਂ ਹੋਇਆ। ਉਹ ਵਿਚਾਰਿਆਂ ਨੇ ਤਾਂ ਬੋਲ ਕੇ ਨਹੀਂ ਦੱਸਣਾਗਾ। ਕੁੱਤਿਆਂ ਦੀ ਨਸਬੰਦੀ ਹੋਈ ਕਿ ਨਹੀਂ ਹੋਈ ਕਿਸੇ ਨੂੰ ਪਤਾ ਹੀ ਨਹੀਂ। ਪਰ 5 ਲੱਖ ਰੁਪਇਆ ਕੁੱਤਿਆਂ ਦੀ ਨਸਬੰਦੀ ਦੇ ਨਾਂ ਤੇ ਰਾਜਪੁਰਾ ਨਗਰ ਕੌਂਸਲ ਨੇ ਕਾਵਾ ਕੰਪਨੀ ਨੂੰ ਪੇ ਕਰ ਤੇ ਝੂਠੇ ਸਰਟੀਫਿਕੇਟ ਆਹ ਲਾ ਕੇ, ਇਹੀ ਸੇਮ ਝੂਠੇ ਸਰਟੀਫਿਕੇਟ ਲਾ ਕੇ ਐਕਸਪੀਰੀਅੰਸ ਦੇ ਇੱਥੇ ਟੈਂਡਰ ਮੁਕਤ ਨਗਰ ਕੌਂਸਲ ਵਿੱਚ ਇਹਨਾਂ ਨੇ ਗ੍ਰੈਬ ਕਰ ਲਿਆ। ਤੇ ਇਹ ਲਿਖਦੇ ਆ ਕਿ ਡਾਕਟਰ ਭਗਵਾਨ ਦਾਸ ਨੇ ਬੇਜ਼ੁਬਾਨ ਸੰਸਥਾ ਨਾਲ 3150 ਸਰਜਰੀਜ਼ ਕੀਤੀ। ਕਿੱਡਾ ਵੱਡਾ ਝੂਠ ਹੈ। 3150 ਛੱਡੋ, ਉਹਨਾਂ ਨੇ ਇੱਕ ਵੀ ਸਰਜਰੀ ਉੱਥੇ ਨਹੀਂ ਕੀਤੀ। ਮੋਦੀ ਜੀ ਕਹਿੰਦੇ ਮੇਰੇ ਅਫਸਰ ਇੱਦਾਂ ਦੇ, ਬਈ ਤੁਹਾਡੇ ਅਫਸਰ ਹੀ ਕਰਪਸ਼ਨ ਕਰ ਰਹੇ ਆ। ਕੈਪਟਨ ਅਮਰਿੰਦਰ ਸਾਹਿਬ ਆਏ ਸੀਗੇ ਕਿ ਮੇਰੇ ਬਿਊਰੋਕਰੈਟਸ ਬਹੁਤ ਅੱਛਾ ਕੰਮ ਕਰਨਗੇ। ਅਰੇ ਬਿਊਰੋਕਰੈਟਸ ਤਾਂ ਸੁਣਦੇ ਹੀ ਨਹੀਂ। ਮੈਂ ਬਹੁਤ ਵਾਰੀ ਜਾ ਕੇ ਆਈ ਹਾਂ, ਬੜੇ ਅਫਸਰਾਂ ਨੂੰ ਮੈਂ ਅਪੀਲ ਕਰ ਲਿਆ, ਇੰਨੀਆਂ ਚਿੱਠੀਆਂ ਮੇਰੇ ਕੋਲ, ਐਡੀਆਂ ਵੱਡੀਆਂ ਫਾਈਲਸ ਬਣ ਗਈਆਂ ਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਕਿੰਨੇ ਅਫਸੋਸ ਦੀ ਗੱਲ ਹੈ। ਕਰਪਸ਼ਨ ਨੇ ਤਾਂ ਹੁਣ ਅਵਾਰਾ ਕੁੱਤਿਆਂ ਨੂੰ ਵੀ ਨਹੀਂ ਛੱਡਿਆ। ਕਿੰਨੀ ਛੋਟੀ ਜੀ ਗੱਲ ਹੈ ਕਿ ਅਵਾਰਾ ਕੁੱਤੇ ਜਿਹੜੇ ਆਪਦੀ ਆਵਾਜ਼ ਰੇਜ਼ ਵੀ ਨਹੀਂ ਕਰ ਸਕਦੇ, ਆਪਦੀ ਵੌਇਸ ਨੂੰ ਰੇਜ਼ ਨਹੀਂ ਕਰ ਸਕਦੇ, ਆਪਦੇ ਨਿਆਂ ਲਈ ਲੜ ਵੀ ਨਹੀਂ ਸਕਦੇ, ਅਸੀਂ ਉਹਨਾਂ ਨੂੰ ਵੀ ਨਹੀਂ ਛੱਡਿਆਗਾ। ਸਾਰੇ ਡਾਕੂਮੈਂਟ ਝੂਠੇ ਲਾਏ ਗਏ। ਮੈਂ ਇਹ ਗੱਲ ਇਹਨਾਂ ਦੇ ਧਿਆਨ 'ਚ ਵੀ ਲਿਆਂਦੀ, ਪਰ ਇਹਨਾਂ ਨੇ ਕਿਸੇ ਅਫਸਰ ਨੇ ਇਹਦੇ ਤੇ ਹੀਡ ਪੇ ਨਹੀਂ ਕੀਤੀ। ਮੇਰੇ ਕੋਲ ਆਰਟੀਆਈਜ਼ ਦੇ ਵਿੱਚ ਸਾਰੇ ਐਵੀਡੈਂਸ ਹੈਗੇ ਆ ਜਿੱਥੇ ਜਿੱਥੇ ਇਹਨਾਂ ਨੇ ਝੂਠੇ ਸਰਟੀਫਿਕੇਟ ਲਾਏ ਸੀਗੇ। ਡਾਕਟਰ ਦੇ ਝੂਠੇ ਡਾਕੂਮੈਂਟ ਸਬਮਿਟ ਕਰਨ ਦਾ ਮਤਲਬ ਕੀ ਹੈ ਕਿ ਡਾਕਟਰ ਸਸਤਾ ਆ ਜਾਊਗਾ। 161 ਸਰਜਰੀਆਂ ਡਾਕਟਰ ਭਗਵਾਨ ਦਾਸ, ਇਹ ਆਰਟੀਆਈ ਦਾ ਖੁਲਾਸਾ? ਹਾਂਜੀ, ਆ ਦੇਖੋ ਉੱਤੇ ਰਾਜਪੁਰੇ ਕਾਉਂਸਲ ਤੋਂ ਇਹ ਕਾਗਜ਼ ਆਇਆ। ਕੋਈ ਕੰਸਟਰਕਸ਼ਨ ਕੰਪਨੀ ਕੁੱਤਿਆਂ ਦੀ ਨਸਬੰਦੀ ਦਾ ਆਪਰੇਸ਼ਨ ਕਿੱਦਾਂ ਕਰ ਸਕਦੀ ਹੈ? ਤੁਹਾਨੂੰ ਕਿੱਦਾਂ ਪਤਾ ਕਿ ਵੀ ਚਿਰਾਗ ਕੰਸਟਰਕਸ਼ਨ ਨੇ ਲਿਆ? ਇਹ ਰਾਜਪੁਰੇ ਜਿਹੜੀ ਆਰਟੀਆਈ ਹੈ ਇਹਨਾਂ ਦੇ ਜਵਾਬ 'ਚ ਹੀ ਲਿਖਿਆ ਵੀ ਚਿਰਾਗ ਕੰਸਟਰਕਸ਼ਨ ਕੰਪਨੀ ਨੂੰ ਟੈਂਡਰ ਦਿੱਤਾ ਗਿਆ। ਵੀ ਕੀ ਸਾਨੂੰ ਐਡੇ ਵੱਡੇ ਪਬਲਿਕ ਆਫਿਸਿਸ ਦੇ ਖਰਚੇ ਬੀਅਰ ਕਰਨੇ ਚਾਹੀਦੇ ਆ? ਇਹਨਾਂ ਨੂੰ ਅਸੀਂ ਕਾਸ ਵਾਸਤੇ ਬਿਠਾਇਆ ਐਡੇ ਵੱਡੇ ਦਫ਼ਤਰਾਂ 'ਚ? ਕੋਈ ਕੰਮ ਨਾ ਕਰਨ ਵਾਸਤੇ? ਕੋਈ ਵੀ ਡਾਕੂਮੈਂਟ ਕੋਈ ਸਬਮਿਟ ਕਰਦੇ, ਕੋਈ ਜ਼ਿੰਮੇਵਾਰੀ ਨਹੀਂ, ਕੋਈ ਅਕਾਊਂਟੇਬਿਲਟੀ ਨਹੀਂ, ਕੋਈ ਰਿਸਪੌਂਸਿਬਿਲਟੀ ਨਹੀਂ। ਨਾ ਖਾਊਂਗਾ ਨਾ ਖਾਣੇ ਦੂੰਗਾ, ਇਹ ਸ਼ਬਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ। ਪਰ ਕੁਝ ਅਫਸਰ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨੇ ਅਵਾਰਾ ਕੁੱਤਿਆਂ ਨੂੰ ਵੀ ਨਹੀਂ ਛੱਡਿਆ। ਕਰਪਸ਼ਨ ਦੇ ਮਾਮਲੇ ਦੇ ਵਿੱਚ ਅਵਾਰਾ ਕੁੱਤੇ ਵੀ ਆ ਗਏ। ਤੁਹਾਨੂੰ ਅਸੀਂ ਪੂਰੀ ਡਿਟੇਲ ਦੇ ਨਾਲ ਦੱਸਾਂਗੇ, ਉਹ ਤੱਥਾਂ ਦੇ ਆਧਾਰ ਤੇ ਗੱਲਬਾਤ ਕਰਾਂਗੇ। ਕਰਪਸ਼ਨ ਨੇ ਅਵਾਰਾ ਕੁੱਤਿਆਂ ਨੂੰ ਵੀ ਨਹੀਂ ਛੱਡਿਆ। ਸਾਡੇ ਨਾਲ ਕਦਾਮਨੀ ਜੀ ਮੌਜੂਦ ਨੇ ਜੋ ਕਿ ਐਡਵੋਕੇਟ ਨੇ, ਉਹ ਜਾਣਾਂਗੇ ਕਿ ਕੁੱਤਿਆਂ ਦੇ ਉੱਤੇ ਹੁਣ ਕਿਹੜੀ ਨਵੀਂ ਕਰਪਸ਼ਨ ਹੋ ਗਈ ਹੈ। ਬਹੁਤ ਸਵਾਗਤ ਤੁਹਾਡਾ। ਥੈਂਕ ਯੂ ਜੀ। ਜਿਸ ਤਰੀਕੇ ਨਾਲ ਕਰਪਸ਼ਨ ਦੀ ਗੱਲ ਕਰਨੀ ਆ, ਪ੍ਰਧਾਨ ਮੰਤਰੀ ਸਾਹਿਬ ਨੇ ਵੀ ਕਿਹਾ ਸੀ ਨਾ ਖਾਊਂਗਾ ਨਾ ਖਾਣੇ ਦੂੰਗਾ। ਕਰਪਸ਼ਨ ਨੇ ਤਾਂ ਹੁਣ ਅਵਾਰਾ ਕੁੱਤਿਆਂ ਨੂੰ ਵੀ ਨਹੀਂ ਛੱਡਿਆ। ਕੀ ਤੁਸੀਂ ਇਹੋ ਜਿਹਾ ਕੱਢ ਕੇ ਲੈ ਕੇ ਆਏ ਹੋ ਜਿਸ ਤਰ੍ਹਾਂ ਲੱਗਦਾ ਤੁਹਾਨੂੰ ਕਿ ਕਰਪਸ਼ਨ ਵਾਕਈ ਹੀ ਤੁਹਾਡੇ ਆਪਣੇ ਸ਼ਹਿਰ ਮੁਕਤਸਰ ਦੇ ਵਿੱਚ ਹੋਈ ਹੈ? ਸਰ, ਬੜਾ ਅਫਸੋਸ ਹੁੰਦਾ ਹੈ ਇਹ ਗੱਲ ਕਹਿੰਦੇ ਹੋਏ ਕਿ ਸਾਡਾ ਦੇਸ਼ ਤਰੱਕੀ ਦੀ ਰਾਹ ਤੇ ਕਿਸ ਤਰੀਕੇ ਚੱਲ ਰਿਹਾ। ਕਿਸ ਤਰੀਕੇ ਚੱਲ ਰਿਹਾ ਕਿ ਅਸੀਂ ਜਿਹੜੀ ਕਿੰਨੀ ਛੋਟੀ ਜੀ ਗੱਲ ਹੈ ਕਿ ਅਵਾਰਾ ਕੁੱਤੇ ਜਿਹੜੇ ਆਪਦੀ ਆਵਾਜ਼ ਰੇਜ਼ ਵੀ ਨਹੀਂ ਕਰ ਸਕਦੇ, ਆਪਦੀ ਵੌਇਸ ਨੂੰ ਰੇਜ਼ ਨਹੀਂ ਕਰ ਸਕਦੇ, ਆਪਦੇ ਨਿਆਂ ਲਈ ਲੜ ਵੀ ਨਹੀਂ ਸਕਦੇ, ਅਸੀਂ ਉਹਨਾਂ ਨੂੰ ਵੀ ਨਹੀਂ ਛੱਡਿਆਗਾ। ਉਹਨਾਂ ਦੇ ਬਿਹਾਫ ਤੇ ਆਵਾਜ਼ ਕਿੰਨੇ ਉਠਾਣੀ ਹੈ? ਕੋਈ ਨਹੀਂ ਉਠਾਉਂਦਾਗਾ। ਜੇ ਕੋਈ ਉਠਾਉਣ ਦੀ ਕੋਸ਼ਿਸ਼ ਕਰਦਾ ਤਾਂ ਕਹਿੰਦੇ ਆ ਕੀ ਕਰਨਾ, ਇਹਨਾਂ ਦਾ ਕੀ ਫਰਕ ਪੈਂਦਾ। ਕਰਪਸ਼ਨ ਇਸ ਹੱਦ ਤੱਕ ਵਧੀ ਪਈ ਹੈ ਕਿ ਇਹਨਾਂ ਦਾ ਮੁਕਤਸਰ ਦੇ ਵਿੱਚ ਸਟਾਰਟ ਕੀਤਾ ਸੀ ਆਪਰੇਸ਼ਨ ਨਸਬੰਦੀ। ਉਹਦੇ ਵਿੱਚ ਕੀ 12 ਲੱਖ 11.5 ਲੱਖ ਦੇ ਕਰੀਬ ਦਾ ਟੈਂਡਰ ਸੀ। ਉਸ ਟੈਂਡਰ ਦੇ ਵਿੱਚ 500 ਕੁੱਤੇ ਸ਼ਹਿਰ ਦੇ ਤੇ ਨਾਲ ਇਹਨਾਂ ਨੇ ਕੋਰੀਜੈਂਡਮ ਕਰਕੇ ਇਹ ਕਰਤਾ ਕਿ ਹੋਰ 1000 ਕੁੱਤਾ 1100 ਕੁੱਤਾ ਅਸੀਂ ਆਪਰੇਸ਼ਨ ਕਰਾਂਗੇ। ਟੈਂਡਰ ਦਿੱਤਾ ਗਿਆ ਕਾਵਾ ਏਜੰਸੀ ਨੂੰ। ਕੰਪੈਸ਼ਨ ਫॉर ਐਨੀਮਲ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਦੀ ਏਜੰਸੀ ਹੈ। ਨਾ ਤੋਂ ਹੀ ਕੰਪੈਸ਼ਨ ਹੈ ਸਿਰਫ, ਅਦਰਵਾਈਜ਼ ਕੰਪੈਸ਼ਨ ਵਾਲੀ ਉਹਨਾਂ 'ਚ ਕੋਈ ਗੱਲ ਦਿਖੀ ਨਹੀਂ ਹਾਲੇ ਤੱਕ। ਇਹਨਾਂ ਨੇ ਕੀ ਕੀਤਾ, ਟੈਂਡਰ ਜਿਹੜਾ ਦਿੱਤਾ ਗਿਆ, ਇਸ ਟੈਂਡਰ ਇਹ ਜਿਹੜੀ ਕਮੇਟੀ ਬਣਾਈ ਜਾਂਦੀ ਹੈ ਇਹਦੇ ਵਿੱਚ ਡੀਸੀ ਚੇਅਰਮੈਨ ਹੁੰਦੇ ਆ ਤੇ ਜਿਹੜੇ ਈਓ ਹੈ ਐਗਜ਼ੈਕਟਿਵ ਆਫਿਸਰ ਨਗਰ ਕੌਂਸਲ, ਇਹ ਇਸ ਦੇ ਸੈਕਟਰੀ ਹੁੰਦੇ ਆ। ਟੈਂਡਰ ਕਾਲ ਕੀਤੇ ਜਾਂਦੇ ਆ ਤਾਂ ਸਾਰਾ ਪ੍ਰੋਸੀਜਰ ਹੈ ਜਿਹੜਾ ਈਓ ਨਗਰ ਕੌਂਸਲ ਨੇ ਦੇਖਣਾ ਹੁੰਦਾ। ਈਓ ਨਗਰ ਕੌਂਸਲ ਨੇ ਟੈਂਡਰ ਕਾਲ ਕੀਤੇ, ਟੈਂਡਰ ਕਾਵਾ ਏਜੰਸੀ ਨੂੰ ਦਿੱਤਾ ਗਿਆ। ਉਹਨਾਂ ਨੂੰ ਟੈਂਡਰ ਦੇਣ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਡਾਕੂਮੈਂਟ ਸਬਮਿਟ ਕੀਤੇ ਸੀ ਉਹਨਾਂ ਦੀ ਆਥੈਂਟਿਸਿਟੀ ਵੀ ਇਹ ਸਹੀ ਕਾਗਜ਼ ਸਬਮਿਟ ਕੀਤੇ ਗਏ ਆ ਕਿ ਨਹੀਂ ਕੀਤੇ ਗਏ, ਡਾਕਟਰ ਦਾ ਵਿੱਚ ਜਿਹੜਾ ਮੇਨ ਜਿਹਨੇ ਕੰਮ ਕਰਨਾ ਉਹਦੇ ਸਰਟੀਫਿਕੇਟ ਚੈੱਕ ਕੀਤੇ ਜਾਣੇ ਚਾਹੀਦੇ ਸੀ ਵੀ ਕੀਤੇ ਕਿ ਸਹੀ ਹੈਗੇ ਕਿ ਨਹੀਂ ਹੈਗੇ। ਇਹਨਾਂ ਨੇ ਕੋਈ ਡਾਕੂਮੈਂਟ ਚੈੱਕ ਨਹੀਂ ਕੀਤਾ। ਮੇਰੇ ਕੋਲ ਸਾਰੇ ਪ੍ਰੂਫ ਹੈਗੇ ਆ
ਜਿਹੜੇ ਜਿਹੜੇ ਡਾਕੂਮੈਂਟ ਉਸ ਸੰਸਥਾ ਨੇ ਇੱਥੇ ਲਾਏ ਨਗਰ ਕੌਂਸਲ ਦੇ ਵਿੱਚ, ਪਬਲਿਕ ਆਫਿਸ ਦੇ ਵਿੱਚ ਝੂਠੇ ਡਾਕੂਮੈਂਟ ਸਬਮਿਟ ਕਰਨਾ ਕਿੱਡਾ ਵੱਡਾ ਅਪਰਾਧ ਹੈ, ਤੁਸੀਂ ਸੋਚ ਸਕਦੇ ਹੋ। ਸਾਰੇ ਡਾਕੂਮੈਂਟ ਝੂਠੇ ਲਾਏ ਗਏ। ਮੈਂ ਇਹ ਗੱਲ ਇਹਨਾਂ ਦੇ ਧਿਆਨ 'ਚ ਵੀ ਲਿਆਂਦੀ, ਪਰ ਇਹਨਾਂ ਨੇ ਕਿਸੇ ਅਫਸਰ ਨੇ ਇਹਦੇ ਤੇ ਹੀੜ ਪੇ ਨਹੀਂ ਕੀਤੀ। ਟੈਂਡਰ ਸੰਸਥਾ ਨੂੰ ਦੇ ਦਿੱਤਾ ਗਿਆ, ਕੰਮ ਸ਼ੁਰੂ ਹੋ ਗਿਆ। ਉੱਥੇ ਸਾਰੇ ਰੂਲ ਰੈਗੂਲੇਸ਼ਨ ਵਾਇਲੇਟ ਕਰਕੇ ਇਹ ਕੰਮ ਕੀਤਾ ਗਿਆ, ਕਿਉਂਕਿ ਉੱਥੇ ਨਾ ਤਾਂ ਥਾਂ ਪ੍ਰੋਪਰ ਸੀਗੀ, ਆਪਰੇਸ਼ਨ ਥੀਏਟਰ ਹੈ ਨਹੀਂ ਸੀ। ਮੇਨ ਗੱਲ, ਜਿਹੜੇ ਡਾਕਟਰ ਨੇ ਆਪਰੇਸ਼ਨ ਕਰਨੇ ਸੀ ਉਹ ਡਾਕਟਰ ਕੋਲ ਉਨਾ ਸਫੀਸ਼ੀਐਂਟ ਐਕਸਪੀਰੀਅੰਸ ਹੀ ਹੈ ਨਹੀਂ ਸੀ। ਇਹਨਾਂ ਦੀ ਮੁਤਾਬਕ 2500 ਸਰਜਰੀਆਂ ਉਹ ਡਾਕਟਰ ਨੇ ਕੀਤੀਆਂ ਹੋਈਆਂ ਚਾਹੀਦੀਆਂ ਸੀ, ਪਰ ਉਹ ਡਾਕਟਰ ਦੇ ਕੋਲ, ਮੇਰੇ ਕੋਲ ਆਰਟੀਆਈਜ਼ ਦੇ ਵਿੱਚ ਸਾਰੇ ਐਵੀਡੈਂਸ ਹੈਗੇ ਆ ਜਿੱਥੇ ਜਿੱਥੇ ਇਹਨਾਂ ਨੇ ਝੂਠੇ ਸਰਟੀਫਿਕੇਟ ਲਾਏ ਸੀਗੇ। ਉੱਥੋਂ ਪੰਚਕੂਲੇ ਤੋਂ ਵੀ ਜਵਾਬ ਆ ਗਿਆ, ਰਾਜਪੁਰੇ ਤੋਂ ਵੀ ਜਵਾਬ ਆ ਗਿਆ, ਤੇ ਇਹਨਾਂ ਨੇ ਸਾਰੇ ਫੇਕ ਡਾਕੂਮੈਂਟ ਸਬਮਿਟ ਕਰਕੇ ਇਹ ਟੈਂਡਰ ਪਹਿਲਾਂ ਤਾਂ ਗ੍ਰੈਬ ਕੀਤਾ। ਉਸ ਤੋਂ ਬਾਅਦ ਇਹਨਾਂ ਨੇ ਉਹ ਟੈਂਡਰ ਡਾਕਟਰ ਲਿਆਏ, ਜਿਹੜਾ ਡਾਕਟਰ ਨੂੰ, ਮਤਲਬ ਡਾਕਟਰ ਦੇ ਝੂਠੇ ਡਾਕੂਮੈਂਟ ਸਬਮਿਟ ਕਰਨ ਦਾ ਮਤਲਬ ਕੀ ਹੈ ਕਿ ਡਾਕਟਰ ਸਸਤਾ ਆ ਜਾਊਗਾ। ਕੁੱਤਿਆਂ ਵਿਚਾਰਿਆਂ ਨੇ ਕਿਹੜਾ ਬੋਲ ਕੇ ਦੱਸਣਾ ਵੀ ਡਾਕਟਰ ਨੂੰ ਕੰਮ ਆਉਂਦਾ ਕਿ ਨਹੀਂ ਆਉਂਦਾ, ਕਿ ਅਸੀਂ ਤਕਲੀਫ 'ਚ ਹਾਂ, ਕਿ ਸਾਡਾ ਆਪਰੇਸ਼ਨ ਠੀਕ ਨਹੀਂ ਹੋਇਆ। ਉਹ ਵਿਚਾਰਿਆਂ ਨੇ ਤਾਂ ਬੋਲ ਕੇ ਨਹੀਂ ਦੱਸਣਾਗਾ। ਇਸ ਕਰਕੇ ਕੀ ਫਰਕ ਪੈਂਦਾ ਕਿਹੜਾ ਵੀ ਡਾਕਟਰ ਲਿਆਓ। ਇਹਨਾਂ ਨੇ ਡਾਕਟਰ ਭਗਵਾਨ ਦਾਸ ਨੂੰ ਇੱਥੇ ਲਿਆਂਦਾ, ਜਿੰਦੇ ਕੋਲ 2500 ਛੱਡੋ 500 ਸਰਜਰੀਜ਼ ਕਰਨ ਦਾ ਵੀ ਐਕਸਪੀਰੀਅੰਸ ਨਹੀਂ ਹੈਗਾ ਸੀਗਾ। ਇਹ ਗੱਲ ਮੈਂ ਆਪਦੇ ਤੱਥਾਂ ਦੇ ਆਧਾਰ ਤੇ, ਮੇਰੇ ਕੋਲ ਜਿਹੜੀਆਂ ਆਰਟੀਆਈਜ਼ ਦੇ ਜਵਾਬ ਆਏ ਆ ਪੰਚਕੂਲੇ ਤੋਂ, ਬੇਜ਼ੁਬਾਨ ਸੰਸਥਾ ਤੋਂ ਤੇ ਰਾਜਪੁਰੇ ਤੋਂ, ਉਹਦੇ ਤੋਂ ਮੈਂ ਪ੍ਰੂਵ ਕਰ ਸਕਦੀ ਹਾਂ। ਮੇਰੇ ਕੋਲ ਸਾਰੇ ਕਾਗਜ਼ ਹੱਥ 'ਚ ਹੈਗੇ ਆ, ਮੈਂ ਤੁਹਾਨੂੰ ਦਿਖਾਉਂਗੀ। ਅੱਛਾ, ਦਿਖਾਓ ਵੀ ਕਿਸ ਤਰੀਕੇ ਨਾਲ ਤੁਸੀਂ ਗੱਲ ਕਰਦੇ ਹੋ, ਡਾਕਟਰ ਦੀ ਗੱਲ ਕਰਦੇ ਹੋ, ਕਿਹੜੇ ਤੁਸੀਂ ਆਰਟੀ ਰਾਹੀਂ ਬੋਲਦੇ ਹੋ, ਇਹ ਗੱਲ ਰੱਖਦੇ ਹੋ ਤੁਸੀਂ ਮੀਡੀਆ ਦੇ ਅੱਗੇ ਵੀ ਪ੍ਰੂਫ ਜਿਹੜੇ ਝੂਠੇ ਲਗਾਏ ਗਏ ਨੇ, ਕਿਹੜੀ ਤੁਸੀਂ ਆਰਟੀ ਪਾਈ ਹੈ? ਸਰ, ਇਹਨਾਂ ਨੇ ਇੱਕ ਤਾਂ ਪਹਿਲੀ ਗੱਲ, ਰਾਜਪੁਰੇ ਜਿਹੜਾ ਇਹਨਾਂ ਨੇ ਇਸ ਸੰਸਥਾ ਨੇ ਟੈਂਡਰ ਕਾਗਜ਼ ਲਾਏ ਆ, ਉਹਦੇ ਵਿੱਚ ਲਿਖਦੇ ਆ ਕਿ ਰਾਜਪੁਰੇ ਤੇ ਫਿਰੋਜ਼ਪੁਰ ਅਸੀਂ 1950 ਸਰਜਰੀਜ਼ ਇਸ ਡਾਕਟਰ ਭਗਵਾਨ ਦਾਸ ਨੇ ਕੀਤੀਆਂ। ਮੇਰੇ ਕੋਲ ਆ ਕਾਗਜ਼ ਹੈਗਾ ਆਰਟੀਆਈ ਦਾ, ਇਹਦੇ ਵਿੱਚ ਸਾਫ਼ ਲਿਖਿਆ ਹੈ ਰਾਜਪੁਰਾ ਕਾਉਂਸਲ ਨੇ ਵੀ ਜਿਹੜਾ ਡਾਕਟਰ ਭਗਵਾਨ ਦਾਸ ਹੈ ਉਹਨੇ ਸਿਰਫ 161 ਸਰਜਰੀਜ਼ ਕੀਤੀਆਂ। 161 ਸਰਜਰੀਆਂ ਡਾਕਟਰ ਭਗਵਾਨ ਦਾਸ, ਇਹ ਆਰਟੀ ਦਾ ਖੁਲਾਸਾ? ਹਾਂਜੀ, ਆ ਦੇਖੋ ਉੱਤੇ ਰਾਜਪੁਰੇ ਕਾਉਂਸਲ ਤੋਂ ਇਹ ਕਾਗਜ਼ ਆਇਆ। ਤਾਂ ਇਹਦੇ ਤੋਂ ਸਾਫ਼ ਪਤਾ ਚੱਲਦਾ ਹੈ ਕਿ ਰਾਜਪੁਰੇ, ਪਹਿਲੀ ਗੱਲ ਤਾਂ ਜਿਹੜਾ ਟੈਂਡਰ ਦਿੱਤਾ ਗਿਆ ਉਹ ਕਿਸੇ ਚਿਰਾਗ ਕੰਸਟਰਕਸ਼ਨ ਕੰਪਨੀ ਨੂੰ ਦਿੱਤਾ ਗਿਆ। ਚਿਰਾਗ ਕੰਸਟਰਕਸ਼ਨ ਕੰਪਨੀ ਹੈ ਜਿਹੜੀ, ਉਹ ਤਾਂ ਟੈਂਡਰ ਲੈ ਹੀ ਨਹੀਂ ਸਕਦੀ। ਪਹਿਲੀ ਗੱਲ, ਕੋਈ ਕੰਸਟਰਕਸ਼ਨ ਕੰਪਨੀ ਕੁੱਤਿਆਂ ਦੀ ਨਸਬੰਦੀ ਦਾ ਆਪਰੇਸ਼ਨ ਕਿੱਦਾਂ ਕਰ ਸਕਦੀ ਹੈ? ਤੁਹਾਨੂੰ ਕਿੱਦਾਂ ਪਤਾ ਕਿ ਵੀ ਚਿਰਾਗ ਕੰਸਟਰਕਸ਼ਨ ਨੇ ਲਿਆ? ਇਹ ਰਾਜਪੁਰੇ ਜਿਹੜੀ ਆਰਟੀਆਈ ਹੈ ਇਹਨਾਂ ਦੇ ਜਵਾਬ 'ਚ ਹੀ ਲਿਖਿਆ ਵੀ ਚਿਰਾਗ ਕੰਸਟਰਕਸ਼ਨ ਕੰਪਨੀ ਨੂੰ ਟੈਂਡਰ ਦਿੱਤਾ ਗਿਆ। ਹਾਂਜੀ, ਪ੍ਰੂਫ ਵੀ ਹੈਗਾ ਚਿਰਾਗ ਕੰਸਟਰਕਸ਼ਨ ਕੰਪਨੀ ਦਾ? ਹਾਂਜੀ, ਇਹ ਦੇਖੋ। ਇਹ ਵੀ ਤੁਹਾਨੂੰ ਆਰਟੀ ਤੋਂ ਮਿਲਿਆ, ਚਿਰਾਗ ਕੰਸਟਰਕਸ਼ਨ? ਇਹ ਸਾਰੇ ਕਾਗਜ਼ ਮੈਨੂੰ ਆਰਟੀਆਈ 'ਚ ਮਿਲੇ। ਤਾਂ ਉਸ ਤੋਂ ਬਾਅਦ ਪਹਿਲੀ ਗੱਲ ਤਾਂ ਚਿਰਾਗ ਕੰਸਟਰਕਸ਼ਨ ਕੰਪਨੀ ਹੀ ਟੈਂਡਰ ਲੈ ਨਹੀਂ ਸੀ ਸਕਦੀ। ਫਿਰ ਇਹਨਾਂ ਨੇ ਕੀ ਕੀਤਾ ਕਿ ਉਹ ਟੈਂਡਰ ਕਾਵਾ ਨੂੰ ਸਬਲੈਟ ਕਰਤਾ, ਜਿਹੜਾ ਕਿ ਟਰਮਸ ਕੰਡੀਸ਼ਨ ਕਹਿੰਦੀ ਹੈ ਕਿ ਸਬਲੈਟਿੰਗ ਇਸ ਟੈਂਡਰ ਦੀ ਹੋ ਹੀ ਨਹੀਂ ਸਕਦੀ। ਸਬਲੈਟ ਕਰਤਾ ਉਹ ਦੂਜੀ ਹੋਰ, ਮਤਲਬ ਇੱਕ ਵੋਇਡ ਕੰਟਰੈਕਟ ਦੇ ਵਿੱਚ 5 ਲੱਖ ਦੀ ਪੇਮੈਂਟ ਪਬਲਿਕ ਐਕਸਚੈਕਰ 'ਚੋਂ ਹੋਊਗੀ। ਦੇਖੋ ਤੁਸੀਂ, ਕੁੱਤਿਆਂ ਦੀ ਨਸਬੰਦੀ ਹੋਈ ਕਿ ਨਹੀਂ ਹੋਈ ਕਿਸੇ ਨੂੰ ਪਤਾ ਹੀ ਨਹੀਂ, ਪਰ 5 ਲੱਖ ਰੁਪਇਆ ਕੁੱਤਿਆਂ ਦੀ ਨਸਬੰਦੀ ਦੇ ਨਾਂ ਤੇ ਰਾਜਪੁਰਾ ਨਗਰ ਕੌਂਸਲ ਨੇ ਕਾਵਾ ਕੰਪਨੀ ਨੂੰ ਪੇ ਕਰਤਾ। ਤੇ ਝੂਠੇ ਸਰਟੀਫਿਕੇਟ ਆਹ ਲਾ ਕੇ, ਇਹੀ ਸੇਮ ਝੂਠੇ ਸਰਟੀਫਿਕੇਟ ਲਾ ਕੇ ਐਕਸਪੀਰੀਅੰਸ ਦੇ ਇੱਥੇ ਟੈਂਡਰ ਮੁਕਤਸਰ ਨਗਰ ਕੌਂਸਲ ਵਿੱਚ ਇਹਨਾਂ ਨੇ ਗ੍ਰੈਬ ਕਰ ਲਿਆ। ਕਿਹੜੇ ਹੋਰ ਡਾਕੂਮੈਂਟ ਝੂਠੇ ਲਗਾਏ ਨੇ? ਇਸ ਤੋਂ ਇਲਾਵਾ ਇੱਕ ਹੋਰ ਸਰਟੀਫਿਕੇਟ ਲਾਇਆ ਕਿ ਬੇਜ਼ੁਬਾਨ ਸੰਸਥਾ ਨਾਲ ਅਸੀਂ ਕੰਮ ਕੀਤਾ। ਸਾਡੇ ਕਿੰਨਾ ਨੇ ਕੰਮ? ਕਾਵਾ ਕੰਪਨੀ ਨੇ, ਜਿਨ੍ਹਾਂ ਨੇ ਮੁਕਤਸਰ ਦੇ ਵਿੱਚ ਹੁਣ ਟੈਂਡਰ ਲਿਆ। ਮੁਕਤਸਰ ਦੇ ਵਿੱਚ ਟੈਂਡਰ ਲਿਆ ਕਾਵਾ ਏਜੰਸੀ ਨੇ। ਇਹ ਕਹਿੰਦੇ ਕਿ ਬੇਜ਼ੁਬਾਨ ਨਾਲ ਅਸੀਂ ਵੀ ਕੰਮ ਕੀਤਾ ਤੇ ਸਾਡੇ ਡਾਕਟਰ ਭਗਵਾਨ ਦਾਸ ਨੇ ਵੀ ਕੰਮ ਕੀਤਾ। ਮੈਂ ਉੱਥੇ ਵੀ ਇੱਕ ਆਰਟੀਆਈ ਪਾਈ ਪੰਚਕੂਲੇ, ਉੱਥੋਂ ਬੇਜ਼ੁਬਾਨ ਸੰਸਥਾ ਤੋਂ ਜਵਾਬ ਆਂਦਾ ਹੈ ਵੀ ਇਹਨਾਂ ਟੈਂਡਰ ਵਿੱਚ ਲਿਖਿਆ, ਕਾਵਾ ਨੇ ਟੈਂਡਰ ਵਿੱਚ ਲਿਖਿਆ ਕਿ ਅਸੀਂ ਬੇਜ਼ੁਬਾਨ ਜੋ ਏਜੰਸੀ ਹੈ ਜਾਂ ਉਹਨਾਂ ਨੇ ਕੰਮ ਅਸੀਂ ਕੀਤਾ ਹੋਇਆ ਪੰਚਕੂਲੇ ਦੇ ਵਿੱਚ, ਇਹਨਾਂ ਟੈਂਡਰ ਲੈਣ ਲਈ ਲਿਖਿਆ ਵਿੱਚ? ਹਾਂਜੀ, ਇਹ ਇਹਨਾਂ ਨੇ ਟੈਂਡਰ ਲੈਣ ਲਈ ਵਿੱਚ ਐਕਸਪੀਰੀਅੰਸ ਸਰਟੀਫਿਕੇਟ ਲਾਇਆ, ਜਿਹੜਾ ਕਿ ਇਹ ਬੇਜ਼ੁਬਾਨ ਸੰਸਥਾ ਕਲੀਅਰ ਲਿਖਦੀ ਹੈ ਕਿ ਇਸ ਕਾਵਾ ਨਾਲ ਅਸੀਂ ਕਦੇ ਕੰਮ ਨਹੀਂ ਕੀਤਾ, ਡਾਕਟਰ ਭਗਵਾਨ ਦਾਸ ਨੇ ਇੱਥੇ ਕਦੇ ਕੰਮ ਨਹੀਂ ਕੀਤਾ। ਤੇ ਇਹ ਲਿਖਦੇ ਆ ਕਿ ਡਾਕਟਰ ਭਗਵਾਨ ਦਾਸ ਨੇ ਬੇਜ਼ੁਬਾਨ ਸੰਸਥਾ ਨਾਲ 3150 ਸਰਜਰੀਜ਼ ਕੀਤੀਆਂ। ਕਿੱਡਾ ਵੱਡਾ ਝੂਠ ਹੈ। 3150 ਛੱਡੋ, ਉਹਨਾਂ ਨੇ ਇੱਕ ਵੀ ਸਰਜਰੀ ਉੱਥੇ ਨਹੀਂ ਕੀਤੀ। ਉਹ ਕਿਹੜੇ ਡਾਕੂਮੈਂਟਸ ਹੈਗੇ ਤੁਹਾਡੇ ਕੋਲ? ਮੇਰੇ ਕੋਲ ਇਹ ਬੇਜ਼ੁਬਾਨ ਸੰਸਥਾ ਦੇ ਸਾਰੇ ਡਾਕੂਮੈਂਟ ਹੈ ਜਿਹੜੇ ਉਹਨਾਂ ਨੇ ਮੈਨੂੰ ਲਿਖ ਕੇ ਭੇਜਿਆ
ਕਿ ਜਿਹੜੇ ਉਹ ਤਾਂ ਇਹ ਵੀ ਲਿਖਦੇ ਆ ਕਿ ਇਹ ਜਿਹੜਾ ਡਾਕੂਮੈਂਟ ਬੇਜ਼ੁਬਾਨ ਦਾ ਲਾਇਆ ਗਿਆ ਆ, ਦੇਖੋ ਮੈਂ ਤੁਹਾਨੂੰ ਦਿਖਾਨੀ ਆ। ਕਾਵਾ ਏਜੰਸੀ ਇਹ ਬੇਜ਼ੁਬਾਨ ਦਾ ਸਰਟੀਫਿਕੇਟ ਲਾ ਰਹੀ ਹੈ ਕਿ ਡਾਕਟਰ ਭਗਵਾਨ ਦਾਸ ਨੇ 3150 ਸਰਜਰੀਜ਼ ਕੀਤੀਆਂ। ਤੇ ਉਸ ਤੋਂ ਬਾਅਦ ਮੈਂ ਇਸ ਕਾਗਜ਼ ਦੀ ਅਥੈਂਟਿਸਿਟੀ ਪੁੱਛੀ ਵੀ ਕੀ ਇਹ ਕਾਗਜ਼ ਸਹੀ ਹੈ, ਤਾਂ ਉਹ ਜਿਹੜੀ ਇਹ ਕਾਗਜ਼ ਲਗਾਇਆ ਗਿਆ, ਇਹ ਕਾਵਾ ਵੱਲੋਂ ਲਗਾਇਆ ਗਿਆ, ਇਹ ਨਗਰ ਕੌਂਸਲ ਚ ਲੱਗਿਆ ਹੋਇਆ ਜੀ। ਮੈਂ ਡਾਕਟਰ ਨੇ ਸਰਜਰੀ ਕੀਤੀ ਹੈ। ਹਾਂਜੀ, ਮੈਂ ਕੈਮਰਾ ਮੈਨੂੰ ਕਹੂੰਗਾ ਵੀ ਕਲੋਜ਼ ਕਰਕੇ ਦਿਖਾ ਦੇਣ। ਡਾਕਟਰ ਭਗਵਾਨ ਜੀ ਦਾ ਵੀ ਨਾਮ ਲਿਖਿਆ ਹੋਇਆ, ਭਗਵਾਨ ਦਾਸ ਜੀ ਦਾ ਨਾਮ ਲਿਖਿਆ, ਛੋਟੇ ਲਾਲ ਉਹਨਾਂ ਦੇ ਪਿਤਾ ਜੀ ਦਾ ਨਾਮ ਲਿਖਿਆ। ਇਹਨਾਂ ਨੇ ਕਹਿੰਦੇ 3150 ਸਰਜਰੀਜ਼ ਬੇਜ਼ੁਬਾਨ ਨਾਲ ਕੀਤੀਆਂ ਪੰਚਕੂਲੇ, ਪਰ ਜਦੋਂ ਕਿ ਬੇਜ਼ੁਬਾਨ ਦਾ ਜਿਹੜਾ ਜਵਾਬ ਆਇਆ ਉਹ ਵੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਨੀ ਆ। ਕਿ ਉਸ ਤੋਂ ਬਾਅਦ ਇਹਨਾਂ ਨੇ ਫਿਰ ਕੀ ਜਵਾਬ ਦਿੱਤਾ? ਉਸ ਤੋਂ ਬਾਅਦ ਮੈਂ ਪ੍ਰਿੰਸੀਪਲ ਸੈਕਟਰੀ ਨੂੰ ਲੋਕਲ ਗਵਰਨਮੈਂਟ ਸ਼੍ਰੀ ਅਜੋਏ ਕੁਮਾਰ ਸਿਨਹਾ ਨੂੰ ਇੱਕ ਕੰਪਲੇਂਟ ਲਿਖੀ, ਸਾਰੇ ਕੰਟੈਂਟ ਲਿਖ ਕੇ ਨਾਲ ਸਾਰੇ ਡਾਕੂਮੈਂਟ ਲਾ ਕੇ ਮੈਂ ਉਹਨਾਂ ਨੂੰ ਕੰਪਲੇਂਟ ਲਿਖੀ। ਮੈਂ ਇੱਕ ਨਹੀਂ, ਮੈਂ 4 ਕੰਪਲੇਂਟਸ ਹੁਣ ਤੱਕ ਲਿਖ ਚੁੱਕੀ ਹਾਂ, ਪਰ ਹਾਲ ਤੱਕ ਉੱਥੋਂ ਕੋਈ ਜਵਾਬ ਨਹੀਂ ਆਇਆ। ਮੈਂ ਈਓ ਨਗਰ ਕੌਂਸਲ ਨੂੰ ਵੀ ਉਹਨਾਂ ਦੇ ਧਿਆਨ 'ਚ ਵੀ ਲਿਆਈ ਕਿ ਇਹ ਸਾਰੇ ਜਿਹੜੇ ਫਰਾਡ ਡਾਕੂਮੈਂਟ, ਫੋਰਜਡ ਡਾਕੂਮੈਂਟ ਇੱਥੇ ਪਬਲਿਕ ਆਫਿਸ ਸਬਮਿਟ ਕੀਤੇ ਗਏ, ਕਿਉਂ ਨਾ ਕਾਵਾ ਏਜੰਸੀ ਹੈ ਜਿਹੜੀ, ਇਹਨਾਂ ਤੇ ਕੋਈ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰ ਈਓ ਮੁਕਤਸਰ ਦਾ ਵੀ ਕੋਈ ਜਵਾਬ ਹਾਲ ਤੱਕ ਨਹੀਂ ਆਇਆ ਤੇ ਉਹਨਾਂ ਨੇ ਕੋਈ ਕਾਰਵਾਈ ਇਹਨਾਂ ਤੇ ਕੀਤੀ ਵੀ ਨਹੀਂ। ਰਾਦਰ ਇਹਨਾਂ ਦਾ ਟੈਂਡਰ ਵੀ ਰੱਦ ਨਹੀਂ ਕੀਤਾ ਗਿਆ ਹਾਲੇ ਤੱਕ, ਇਹ ਟੈਂਡਰ ਤੇ ਕੰਮ ਕਰ ਰਹੇ ਹੈ। ਟੈਂਡਰ ਕਿੰਨੇ ਸਾਲਾਂ ਦਾ ਦਿੱਤਾ ਗਿਆ ਕਾਵਾ ਏਜੰਸੀ? ਇਹਨਾਂ ਨੂੰ 3 ਮਹੀਨੇ ਲਈ ਦਿੱਤਾ ਸੀਗਾ ਵੀ 3 ਮਹੀਨੇ 'ਚ ਇਹਨਾਂ ਨੇ 11.5 ਲੱਖ ਵਿੱਚ 900 ਰੁਪਏ ਕੁੱਤੇ ਦਾ ਤੇ 1100 ਰੁਪਏ ਕੁੱਤੀ ਦਾ ਆਪਰੇਸ਼ਨ ਦਾ ਦਿੱਤਾ ਜਾਊਗਾ। ਉਹਦੇ ਵਿੱਚ ਜਿੰਨੇ ਹੋ ਗਏ ਇਹ ਕਰਨਗੇ। ਹੁਣ ਟੈਂਡਰ ਚੱਲਦਾ ਪਿਆ ਕਿ ਹੁਣ ਉਹਨਾਂ ਪੀਰੀਅਡ ਖਤਮ ਹੋ ਗਿਆ? ਨਹੀਂ, ਟੈਂਡਰ ਚੱਲ ਰਿਹਾ, ਟੈਂਡਰ ਚੱਲ ਰਿਹਾ। ਇਹਨਾਂ ਨੇ, ਮੈਂ ਉਹੀ ਕਹਿਣਾ ਚਾਹ ਰਹੀ ਹਾਂ ਕਿ ਜਦੋਂ ਇੱਕ ਪਬਲਿਕ ਆਫਿਸ ਦੇ ਵਿੱਚ ਇੰਨੇ ਫੋਰਜਡ ਡਾਕੂਮੈਂਟ, ਚੀਟਿੰਗ ਕੀਤੀ ਕਰਕੇ ਟੈਂਡਰ ਲੈ ਲਿਆ, ਸਾਰੇ ਸਬਮਿਟ ਹੋ ਗਏ। ਮੈਂ ਧਿਆਨ 'ਚ, ਪਹਿਲੀ ਗੱਲ ਤਾਂ ਇਹਨਾਂ ਨੂੰ ਆਪ ਧਿਆਨ ਰੱਖਣਾ ਚਾਹੀਦਾ ਸੀ, ਇਹਨਾਂ ਦੀ ਡਿਊਟੀ ਬਣਦੀ ਸੀ ਕਿ ਇਹ ਜਿਹੜੇ ਕਾਗਜ਼ ਹੈ ਇਹਨਾਂ ਨੂੰ ਵੈਰੀਫਾਈ ਕਰਦੇ। ਇਹਨਾਂ ਨੇ ਵੈਰੀਫਾਈ ਵੀ ਨਹੀਂ ਕੀਤਾ। ਜਦੋਂ ਮੈਂ ਇਹਨਾਂ ਦੇ ਧਿਆਨ 'ਚ ਲੈ ਆਈ ਉਸ ਤੋਂ ਬਾਅਦ ਵੀ ਹਾਲੇ ਤੱਕ ਟੈਂਡਰ ਕੰਟੀਨਿਊਡ ਹੈ, ਇਹਨਾਂ ਨੇ ਟੈਂਡਰ ਕੈਂਸਲ ਨਹੀਂ ਕੀਤਾ ਵਾ। ਤਾਂ ਹੁਣ ਆਪਾਂ ਕੀ ਕਵਾਂਗੇ? ਜਿਹੜੇ ਮੋਦੀ ਜੀ ਦੀ ਗੱਲ ਹੈ, ਨਾ ਖਾਊਂਗਾ ਨਾ ਖਾਣੇ ਦੂੰਗਾ, ਇਹਦੇ ਤੋਂ ਕੀ ਡਿਪਿਕਟ ਹੁੰਦਾ ਵੀ ਕੀ ਹੋ ਕੀ ਰਿਹਾ ਇੱਥੇ? ਕੁੱਤਿਆਂ ਦੇ ਵੀ ਨਹੀਂ ਪੈਸੇ ਛੱਡੇ। ਈਓ ਨਗਰ ਕੌਂਸਲ ਇਜ਼ ਆਨਸਰੇਬਲ। ਉਹਨੇ ਸਾਰੇ ਝੂਠੇ ਸਰਟੀਫਿਕੇਟ ਸਬਮਿਟ ਕਰਨ ਵਾਲੀ ਏਜੰਸੀ ਨੂੰ ਟੈਂਡਰ ਕਿਉਂ ਦਿੱਤਾ ਤੇ ਹਾਲੇ ਤੱਕ ਉਹਦਾ ਟੈਂਡਰ ਕਿਉਂ ਚੱਲ ਰਿਹਾ? ਮੇਰੇ ਧਿਆਨ 'ਚ ਲਿਆਉਣ ਦੇ ਬਾਵਜੂਦ ਟੈਂਡਰ ਕੈਂਸਲ ਕਿਉਂ ਨਹੀਂ ਹੋਇਆ? ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਜਨਤਾ ਸਾਫ਼ ਸਮਝਦੀ ਹੈ। ਅੱਛਾ, ਹੁਣ ਆਪਾਂ ਸ਼ੁਰੂਆਤ ਦੀ ਗੱਲ ਕਰਨੀ ਆ। ਜਦੋਂ ਕਿਸੇ ਕੰਪਨੀ ਨੇ ਟੈਂਡਰ ਲੈਣਾ ਹੁੰਦਾ, ਜੇ ਕੁੱਤਿਆਂ ਦੀ ਨਸਬੰਦੀ ਜੋਗੇ ਟੈਂਡਰ ਲੈਣਾ ਹੁੰਦਾ, ਕੀ ਕੰਪਨੀ ਨੂੰ ਦੇਣਾ ਪੈਂਦਾ? ਕੀ ਚੀਜ਼ਾਂ ਕੰਪਨੀ ਕੋਲ ਹੋਣੀਆਂ ਚਾਹੀਦੀਆਂ ਨੇ? ਆਪਰੇਸ਼ਨ ਥੀਏਟਰ, ਡਾਕਟਰ, ਕੀ ਚੀਜ਼ ਉਹਨਾਂ ਕੋਲ ਅਵੇਲੇਬਲ ਹੋਣੀ ਚਾਹੀਦੀ ਹੈ? ਐਂਬੂਲੈਂਸ ਵੀ ਹੋਣੀ ਚਾਹੀਦੀ ਹੈ? ਹਾਂਜੀ, ਉਹਨਾਂ ਕੋਲ ਪਹਿਲੀ ਗੱਲ ਤਾਂ ਟ੍ਰੇਨਡ ਸਟਾਫ ਹੋਣਾ ਚਾਹੀਦਾ। ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਦੇ ਰੈਕਗਨਾਈਜ਼ਡ ਇੰਸਟੀਟਿਊਸ਼ਨ ਹੈ ਜਿਹੜੇ, ਉੱਥੋਂ ਉਹਨਾਂ ਦਾ ਸਟਾਫ ਟ੍ਰੇਨਿੰਗ ਲਏ ਹੋਣਾ ਚਾਹੀਦਾ। ਡਾਕਟਰ ਵੀ ਉੱਥੋਂ ਟ੍ਰੇਨਿੰਗ ਲਈ ਹੋਣੀ ਚਾਹੀਦੀ ਹੈ, ਜਦੋਂ ਕਿ ਇਹਨਾਂ ਦਾ ਨਾ ਸਟਾਫ ਟ੍ਰੇਨਡ ਸੀਗਾ, ਨਾ ਇਹਨਾਂ ਦੇ ਡਾਕਟਰ ਕੋਲ ਟ੍ਰੇਨਿੰਗ ਸਰਟੀਫਿਕੇਟ ਸੀਗਾ। ਮੈਂ ਮੰਗੇ RTI 'ਚ, ਇਹਨਾਂ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਹਾਲੇ ਤੱਕ। ਉਸ ਤੋਂ ਬਾਅਦ ਇਹ ਜਗ੍ਹਾ ਜਿਹੜੀ ਸੀ ਨਗਰ ਕੌਂਸਲ ਨੇ ਪ੍ਰੋਵਾਈਡ ਕਰਵਾਉਣੀ ਸੀ ਤੇ ਉੱਥੇ ਕੈਨਲ ਬਣਾਉਣਾ, ਆਪਰੇਸ਼ਨ ਥੀਏਟਰ ਬਣਾਉਣਾ, ਸਾਰਾ ਸਮਾਨ ਲੈ ਕੇ ਆਉਣਾ ਤੇ ਸਾਰਾ ਕੁਝ ਅਰੇਂਜ ਕਰਨਾ, ਇਹ ਕਾਵਾ ਏਜੰਸੀ ਦੀ ਡਿਊਟੀ ਸੀ, ਜਿਹੜੀ ਕਿ ਇਹਨਾਂ ਨੇ ਨਹੀਂ ਕੀਤੀ। ਉੱਥੇ ਨਾ ਤਾਂ ਆਪਰੇਸ਼ਨ ਥੀਏਟਰ ਹੈ, ਮੇਰੇ ਕੋਲ ਵੀਡੀਓ ਹੈਗੀ ਹੈ ਜਿਹਦੇ ਵਿੱਚ ਇਹ ਹੈ ਵੀ ਕੁੱਤੇ ਓਪਨ 'ਚ ਪਾਏ ਹੋਏ ਹੈ। ਬੈਠੋ ਆਪ ਸਾਰੀ ਦਿਹਾੜੀ। ਆ ਦੇਖੋ ਜੀ, ਆ ਡੋਗੀ ਧੁੱਪੇ ਬੈਠੇ ਹੋਏ ਆ ਜੀ, ਆ ਸਵੇਰ ਦੇ ਧੁੱਪੇ ਪਾਏ ਹੋਏ ਆ ਜੀ। ਆ ਦੇਖੋ, ਆ ਡੋਗੀ ਦੇਖੋ ਜੀ, ਆ ਪਾਇਆ ਹੋਇਆ ਧੁੱਪੇ ਜੀ ਇਹਨਾਂ ਨੇ। ਆ ਬਾਈ ਇਹਨੂੰ ਧੁੱਪੇ ਕਿਉਂ ਪਾਇਆ ਹੋਇਆ ਡੋਗੀ ਨੂੰ? ਇਹਨੂੰ ਧੁੱਪੇ ਕਿਉਂ ਪਾਇਆ? ਕਿਉਂ ਨਿਕਾਲਾ ਬਾਈ? ਇਹਨਾਂ ਨੂੰ ਧੁੱਪੇ ਕਿਉਂ ਪਾਇਆ ਹੋਇਆ ਵਿਚਾਰਿਆਂ ਨੂੰ? ਇਹਨਾਂ ਨੂੰ ਧੁੱਪੇ ਪਾਇਆ ਹੋਇਆ ਤੁਸੀਂ? ਟਾਈਮ ਦੀ ਪ੍ਰੋਬਲਮ ਹੈ ਤੇ ਧੁੱਪੇ ਯਾਰ ਬਿਮਾਰ ਆ ਤਾਂ ਧੁੱਪੇ ਥੋੜੀ ਪਾਣਾ ਇਹਨਾਂ ਨੂੰ। ਆ ਦੇਖੋ ਜੀ, ਕਿੰਨੇ ਅੰਦਰ ਤਾੜੇ ਹੋਏ ਡੋਗੀ ਜੀ, ਇੱਕ ਵਿੱਚ 25 30 ਡੋਗੀ ਹੈ ਜੀ। ਆ ਦੇਖੋ ਕਿੰਨੇ ਡੋਗੀ ਤਾੜੇ ਹੋਏ ਜੀ ਅੰਦਰ। ਤਾਂ ਤੁਸੀਂ ਦੇਖ ਸਕਦੇ ਹੋ ਕਿ ਆਪਰੇਸ਼ਨ ਥੀਏਟਰ ਹੈ ਹੀ ਨਹੀਂ, ਓਪਨ ਵਿੱਚ ਕੁੱਤਾ ਪਾਇਆ ਹੋਇਆ ਸੀਗਾ ਤੇ ਉੱਥੇ ਹੀ ਉਹਨਾਂ ਦੀ ਸਰਜਰੀਜ਼ ਕੀਤੀ ਜਾ ਰਹੀ ਹੈ, ਕਿਉਂਕਿ ਉੱਥੇ ਆਪਰੇਸ਼ਨ ਥੀਏਟਰ ਹੈਗਾ ਹੀ ਨਹੀਂ। ਬੇਸਿਕਲੀ ਜਗ੍ਹਾ ਬਹੁਤ ਥੋੜੀ ਹੈ, ਜਿੱਥੇ ਮਸਾਂ 15-20 ਕੁੱਤੇ ਰੱਖੇ ਜਾ ਸਕਦੇ ਸੀ, ਇਹਨਾਂ ਨੇ 60 70 ਕੁੱਤੇ ਤਾੜ ਕੇ ਉਹਨਾਂ ਨੂੰ ਬੁਰੇ ਹਾਲ ਕੀਤੇ ਹੋਏ ਸੀਗੇ।
ਤੇ ਉੱਥੇ ਆਪਰੇਸ਼ਨ ਥੀਏਟਰ ਵਰਗੀ ਕੋਈ ਫੈਸਿਲਿਟੀ ਨਹੀਂ ਸੀ, ਨਾ ਡਾਕਟਰ ਦੇ ਰਹਿਣ ਦਾ ਕਮਰਾ, ਨਾ ਕੋਈ ਕਿਚਨ ਉਹਨਾਂ ਦੇ ਰੋਟੀ ਬਣਾਉਣ ਲਈ, ਨਾ ਇਹਨਾਂ ਦੇ EMPLOYEES ਦੇ ਰਹਿਣ ਲਈ ਕੁਝ ਸੀਗਾ। ਮਤਲਬ ਇਨ ਨਟਸ਼ੈਲ ਇਹ ਕਹਿ ਸਕਦੇ ਹਾਂ ਆਪਾਂ ਸਾਰੇ ਰੂਲ ਰੈਗੂਲੇਸ਼ਨ ਵਾਇਲੇਟ ਕਰਕੇ ABC ਪ੍ਰੋਗਰਾਮ ਦੇ ਨਾਂ ਤੇ ਕੁੱਤਿਆਂ ਤੇ ਅਤਿਆਚਾਰ ਹੋ ਰਹੇ ਸੀਗੇ। ਅੱਛਾ, ਜਿਸ ਤਰ੍ਹਾਂ ਤੁਸੀਂ ਉਹਨੂੰ ਸਾਰੀ ਗੱਲਬਾਤ ਰੱਖੀ ਹੈ, ਤੁਸੀਂ ਡਾਕਟਰ ਦਾ ਵੀ ਨਾਮ ਲੈ ਦਿਓ, ਕਾਵਾ ਕੰਪਨੀ ਜਿਹਨਾਂ ਨੂੰ ਟੈਂਡਰ ਦਿੱਤਾ ਹੈਗਾ ਉਹਨਾਂ ਦਾ ਵੀ ਨਾਮ ਲੈ ਦਿਓ। ਜੋ ਟੈਂਡਰ ਦਿੱਤਾ ਜਾਂਦਾ ਹੈ, ਕਿਹੜੇ ਕਿਹੜੇ ਸਰਕਾਰ ਦੇ ਵਿਅਕਤੀ ਜਾਂ ਕਹਿ ਲਈ ਆਫਿਸ ਦੇ ਵਿੱਚ ਹੁੰਦੇ ਨੇ ਵੀ ਕਾਗਜ਼ ਚੈੱਕ ਨਹੀਂ ਕਰਦੇ? ਉਹਦੇ 'ਚ ਕੌਣ ਵਿਅਕਤੀ ਮੌਜੂਦ ਹੁੰਦੇ ਨੇ? ਸਰ ਕਾਗਜ਼ ਚੈੱਕ ਕਰਨਾ ਇਹਨਾਂ ਦੀ ਡਿਊਟੀ ਹੈ। DCAs ਜਿਹੜੀ ਕਮੇਟੀ ਬਣਾਈ ਜਾਂਦੀ ਹੈ ਉਹਦਾ ਚੇਅਰਮੈਨ ਹੁੰਦੇ ਆ। ਸੋ DC ਇਜ਼ ਦਾ ਚੇਅਰਮੈਨ, ਹੀ ਇਜ਼ ਦਾ ਹੈਡ ਆਫ ਦਿਸ ਮੋਨੀਟਰਿੰਗ ਕਮੇਟੀ। ਉਸ ਤੋਂ ਬਾਅਦ ਸੈਕਟਰੀ ਹੈ ਜਿਹੜੇ EO ਨਗਰ ਕੌਂਸਲ ਸ਼੍ਰੀ ਵਿਪਨ ਕੁਮਾਰ ਜੀ ਹੈ, ਜਿਨ੍ਹਾਂ ਦੀ ਡਿਊਟੀ ਸੀ ਸਾਰੇ ਕਾਗਜ਼ ਚੈੱਕ ਕਰਨਾ। ਉਸ ਤੋਂ ਬਾਅਦ ਡਿਪਟੀ ਡਾਇਰੈਕਟਰ ਸਾਡੇ ਐਨੀਮਲ ਹਸਬੈਂਡਰੀ ਦੇ, ਉਹਨਾਂ ਨੂੰ ਵੀ ਮੈਂ ਰਿਕੁਐਸਟ ਕੀਤੀ ਪਰਸਨਲੀ, ਜੀ ਅਸੀਂ ਤਾਂ ਚਿੱਠੀ ਪਾਤੀ ਵੀ ਚਿੱਠੀ ਪਾ ਕੇ ਤੁਹਾਡੀ ਡਿਊਟੀ ਖਤਮ। ਮੈਂ ਉਹਨਾਂ ਨੂੰ ਪੁੱਛਿਆ ਡਾਕਟਰ ਦੇ ਡਾਕੂਮੈਂਟ ਚੈੱਕ ਕਰਨਾ ਤਾਂ ਤੁਹਾਡੀ ਡਿਊਟੀ ਸੀ, ਤੁਸੀਂ ਚੈੱਕ ਨਹੀਂ ਕੀਤੇ। ਕਹਿੰਦੇ ਕਿ ਅਸੀਂ ਜੀ ਸਾਨੂੰ ਕਹਿੰਦੇ ਸਾਡੇ ਹੱਥ ਬੰਨੇ ਹੋਏ ਆ ਜੀ, ਸਾਨੂੰ ਤਾਂ ਜੋ ਬਸ ਉੱਥੇ ਜਾ ਕੇ ਅਸੀਂ ਵਾਪਸ ਆਉਣਾ ਹੁੰਦਾ, ਮਤਲਬ ਅਸੀਂ ਯੈਸ ਸਰ ਕਹਿਣਾ ਹੁੰਦਾ। ਸਿੰਪਲ ਸ਼ਬਦਾਂ 'ਚ ਅਸੀਂ ਇਹ ਕਹਿ ਸਕਦੇ ਹਾਂ ਵੀ ਅਸੀਂ ਯੈਸ ਸਰ ਕਹਿਣਾ ਹੁੰਦਾ ਤੇ ਅਸੀਂ ਜਾ ਕੇ ਆ ਜਾਈਦਾ, ਅਸੀਂ ਆਦੀ ਕੋਈ ਸੁਜੈਸ਼ਨ ਨਹੀਂ ਦੇ ਸਕਦੇ। ਕਿਉਂ? ਤੇ ਜੇ ਤੁਸੀਂ ਸੁਜੈਸ਼ਨ ਨਹੀਂ ਦੇ ਸਕਦੇ ਤੁਸੀਂ ਉੱਥੇ ਕਰਨ ਕੀ ਗਏ ਹੋ? ਜੋ ਟੈਂਡਰ ਮਿਲ ਜਾਂਦਾ ਹੈ, ਜਿਵੇਂ ਵੀ ਟੈਂਡਰ ਮਿਲ ਜਾਂਦਾ ਇਹਨਾਂ ਨੂੰ, ਡਾਕਟਰ ਸਾਹਿਬ ਵੀ ਆ ਜਾਂਦੇ ਨੇ, ਕਿ ਹੁਣ ਜਿਹੜੇ ਸ਼ਹਿਰ ਦੇ ਕੁੱਤੇ ਨੇ ਜਾਂ ਆਸ-ਪਾਸ ਦੇ ਕੁੱਤੇ ਨੇ ਉਹਨੇ ਨਸਬੰਦੀ ਬਿਲਕੁਲ ਸਹੀ ਹੋ ਰਹੀ ਹੈ ਕਿ ਕੁੱਤਿਆਂ ਨੂੰ ਜ਼ਖਮੀ ਕਰਕੇ ਛੱਡ ਦਿੱਤਾ ਜਾਂਦਾ? ਸਰ ਨਸਬੰਦੀ ਸਹੀ ਹੋ ਹੀ ਨਹੀਂ ਸੀ ਰਹੀ, ਕਿਉਂਕਿ ਉੱਥੇ ਇਨਫੈਕਸ਼ਨ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਸੀ। ਇਸੇ ਤਰ੍ਹਾਂ ਇਹਨਾਂ ਨੇ ਕੀ ਕੀਤਾ, ਮੇਰੇ ਕੋਲ ਉਹ ਵੀ ਸਬੂਤ ਹੈਗਾ। ਇਹਨਾਂ ਨੇ ਕੁੱਤੇ ਜਿਨ੍ਹਾਂ ਦੇ ਹਾਲੇ ਤੱਕ ਵੂੰਡ ਹੀਲ ਹੀ ਨਹੀਂ ਹੋਏ ਸੀ ਸੜਕਾਂ ਤੇ ਛੱਡਤੇ। ਉਹ ਕੁੱਤੇ ਵਿਚਾਰੇ ਬੁਰੇ ਹਾਲ ਸੀ, ਉਹਨਾਂ ਦੇ ਪੇਟ ਖੁੱਲੇ ਹੋਏ ਸੀ, ਮੋਰੇ ਹੋਏ ਹੋਏ ਸੀਗੇ। ਉਵੇਂ ਦੇ 1-2 ਕੁੱਤੇ ਅਸੀਂ ਰੈਸਕਿਊ ਕਰਕੇ ਉਹਨਾਂ ਨੂੰ ਇਲਾਜ ਕਰਾਇਆ ਤੇ ਅੱਜ ਵੀ ਉਹਨਾਂ 'ਚੋਂ ਹਲੇ ਇੱਕ ਕੁੱਤਾ ਮੇਰੇ ਘਰੇ ਬੈਠਾ ਕਿਉਂਕਿ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੈਗਾ। ਜ਼ਿੰਮੇਵਾਰੀ ਕਿਸ ਦੀ ਬਣਦੀ ਹੈ? ਹੁਣ ਇਸ ਦੀ ਜ਼ਿੰਮੇਵਾਰੀ ਤੈਅ ਕੌਣ ਕਰੂਗਾ? ਤੁਸੀਂ ਗੱਲ ਕਰ ਰਹੇ ਹੋ ਕਿ ਤੁਸੀਂ ਚੰਡੀਗੜ੍ਹ ਤੱਕ ਵੀ ਮੇਲ ਕਰ ਦਿੱਤੀਆਂ, ਇੱਥੇ ਵੀ ਤੁਸੀਂ ਕੰਪਲੇਂਟ ਦਿੱਤੀ SDM ਸਾਹਿਬ ਨੇ। SDM ਵਾਲੀ ਕੰਪਲੇਂਟ ਵੀ ਮੈਂ ਕਹਾਂਗਾ ਵੀ ਤੁਸੀਂ ਦਿਖਾ ਦਿਓ ਜੇ ਤੁਹਾਡੇ ਕੋਲ ਹੈਗੀ, ਜੋ ਤੁਸੀਂ ਲਿਖ ਕੇ ਦਿੱਤੀ ਸੀ। ਨਹੀਂ, ਮੇਰੇ ਕੋਲ ਇਸ ਟਾਈਮ ਪ੍ਰਿੰਸੀਪਲ ਸੈਕਟਰੀ ਸਾਹਿਬ ਨੂੰ ਜਿਹੜੀ ਮੈਂ ਕੰਪਲੇਂਟ ਪਾਈ ਹੈ ਮੇਰੇ ਕੋਲ ਉਹਦੀ ਕਾਪੀ ਹੈਗੀ ਹੈ। ਪ੍ਰਿੰਸੀਪਲ ਸੈਕਟਰੀ ਸ਼੍ਰੀ ਅਜੋਏ ਕੁਮਾਰ ਸਿਨਹਾ ਲੋਕਲ ਗਵਰਨਮੈਂਟ ਨੂੰ ਮੈਂ 1 ਨਹੀਂ 4 ਮੇਲਸ ਹੁਣ ਤੱਕ ਕਰ ਚੁੱਕੀ ਹਾਂ, ਪਰ ਕੋਈ ਜਵਾਬ ਨਹੀਂ ਆਇਆ। EO ਨਗਰ ਕੌਂਸਲ ਨੂੰ ਕੰਪਲੇਂਟ ਪਾ ਚੁੱਕੀ ਹਾਂ, ਹਾਲੇ ਤੱਕ ਕੋਈ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੁਣ ਤੱਕ। ਜਦੋਂ ਕਿ ਜੇ ਸਹੀ ਮਾਇਨਿਆਂ 'ਚ ਆਪਾਂ ਚੱਲੀਏ ਤਾਂ ਇਹ ਟੈਂਡਰ ਕੈਂਸਲ ਹੋ ਜਾਣਾ ਚਾਹੀਦਾ ਸੀ। ਇੱਕ ਪਬਲਿਕ ਆਫਿਸ ਦੇ ਵਿੱਚ ਫੋਰਜਡ ਡਾਕੂਮੈਂਟ ਸਬਮਿਟ ਕਰਨਾ ਕਿੱਡਾ ਵੱਡਾ ਗੁਨਾਹ ਹੈ, ਤੁਸੀਂ ਸਮਝਦੇ ਹੋ? ਤੇ ਜੇ ਅਸੀਂ ਇੱਦਾਂ ਸਨੱਬ ਨਹੀਂ ਕਰਾਂਗੇ, ਆਹੀ ਤਾਂ ਅਸੀਂ ਵਧਾਵਾ ਦੇ ਰਹੇ ਹਾਂ। ਮੋਦੀ ਜੀ ਕਹਿੰਦੇ ਮੇਰੇ ਅਫਸਰ ਇੱਦਾਂ ਦੇ, ਬਈ ਤੁਹਾਡੇ ਅਫਸਰ ਹੀ ਕਰਪਸ਼ਨ ਕਰ ਰਹੇ ਹੈ। ਹੋਰ ਇਹਦਾ ਮਤਲਬ ਕੀ ਨਿਕਲਦਾ ਵੀ ਜੇ ਤੁਸੀਂ ਇਹ ਜੀ ਸੰਸਥਾ ਨੂੰ ਜਿੰਦੇ ਕੋਲ ਐਕਸਪੀਰੀਅੰਸ ਹੀ ਹੈ ਨਹੀਂ, ਜਿਨ੍ਹਾਂ ਦਾ ਡਾਕਟਰ ਐਕਸਪੀਰੀਅੰਸਡ ਹੈ ਨਹੀਂ, ਜਿਹੜੀ ਸਾਰੇ ਰੂਲ ਰੈਗੂਲੇਸ਼ਨ ਤਾਕ ਤੇ ਰੱਖ ਕੇ ਜਗ੍ਹਾ ਹੈਗੀ ਹੈ ਨਹੀਂ ਹੈਗੀ, ਆਪਰੇਸ਼ਨ ਥੀਏਟਰ ਹੈਗਾ ਨਹੀਂ ਹੈਗਾ, ਕੋਈ ਫਰਕ ਨਹੀਂ ਪੈਂਦਾ, ਕੰਮ ਕਰਨ ਨੂੰ ਤਿਆਰ ਹੈ, ਇਹਦਾ ਮਤਲਬ ਕੀ ਹੈ? ਮੋਰ ਪ੍ਰੋਫਿਟ ਮੋਟਿਵ। ਇੰਨਾ ਪ੍ਰੋਫਿਟ ਮੋਟਿਵ ਅਸੀਂ ਇੰਨੇ ਆਪਦੇ ਪ੍ਰੋਫਿਟ ਦੇ ਵਿੱਚ ਅੰਨੇ ਹੋ ਗਏ ਵੀ ਅਸੀਂ ਇਹ ਬੇਜ਼ਬਾਨ ਨੇ ਵੀ ਅਤਿਆਚਾਰ ਕਰਨ ਤੋਂ ਨਹੀਂ ਗੁਰੇਜ਼ ਕੀਤਾ। ਕਿੰਨੀ ਮਾੜੀ ਗੱਲ ਹੈ। ਇਨਸਾਨੀਅਤ ਆ ਕਹਿੰਦੀ ਹੈ ਸਾਡੀ। ਅੱਛਾ, ਕਿੰਨੇ ਲੱਖਾਂ ਦਾ ਟੈਂਡਰ ਹੁੰਦਾ ਹੈ? ਕਿੰਨੇ ਲੱਖ ਰੁਪਏ, ਜਿਵੇਂ ਤੁਸੀਂ ਹੁਣ ਜ਼ਿਕਰ ਵੀ ਕਰ ਰਹੇ ਸੀ ਕਿ ਕਿੰਨੇ ਲੱਖਾਂ ਰੁਪਏ ਕੰਪਨੀ ਇਸ 'ਚ ਕਮਾ ਲੈਂਦੀ ਹੈ ਟੈਂਡਰ ਤੋਂ? ਸਰ ਕਿੰਨੇ ਕਮਾ ਲੈਂਦੀ ਹੈ ਤਾਂ ਹੁਣ ਤੁਸੀਂ ਦੇਖ ਹੀ ਰਹੇ ਹੋ ਕਿ ਜਦੋਂ ਕੁਝ ਹੈ ਹੀ ਨਹੀਂ ਇਹਨਾਂ ਕੋਲ, ਇਨਫਰਾਸਟ੍ਰਕਚਰ ਹੀ ਹੈ ਨਹੀਂਗਾ, ਫਿਰ ਵੀ ਆਪਰੇਸ਼ਨ ਕਰ ਰਹੇ ਆ ਤਾਂ ਸਾਰੀ ਬੱਚਤ ਹੀ ਬੱਚਤ ਹੈ। ਜੇ ਖਰਚ ਹੀ ਨਹੀਂ ਕਰਨਾ ਕੁਛ, ਅਸੀਂ ਕਿਸੇ ਚੀਜ਼ ਤੇ ਲਾਣਾ ਹੀ ਨਹੀਂ, ਨਾ ਅਸੀਂ ਕੈਨਲ ਬਣਾਉਣੇ, ਨਾ ਅਸੀਂ ਆਪਰੇਸ਼ਨ ਥੀਏਟਰ ਬਣਾਉਣਾ, ਨਾ ਅਸੀਂ ਕੋਈ ਹੋਰ ਚੀਜ਼ ਉਹਨਾਂ ਵਾਸਤੇ ਪ੍ਰੋਵਾਈਡ ਕਰਵਾਉਣੀ, ਤਾਂ ਫਿਰ ਤਾਂ ਬੱਚਤ ਹੀ ਬੱਚਤ ਹੈ। ਤੇ ਉਹ ਬੇਜ਼ਬਾਨੇ ਕਿਹੜਾ ਬੋਲ ਕੇ ਕਹਿ ਸਕਦੇ ਆ ਵੀ ਸਾਡੇ ਤੇ ਅਤਿਆਚਾਰ ਹੋ ਰਿਹਾ, ਸਾਡਾ ਡਾਕਟਰ ਸਹੀ ਨਹੀਂ ਹੈਗਾ, ਜਾਂ ਸਾਡਾ ਆਪਰੇਸ਼ਨ ਠੀਕ ਨਹੀਂ ਹੋਇਆ, ਜਾਂ ਅਸੀਂ ਤਕਲੀਫ 'ਚ ਹਾਂ? ਉਹ ਤਾਂ ਵਿਚਾਰੇ ਨਹੀਂ ਆਉਣਗੇ ਨਾ। ਹੁਣ ਜਿੱਦਾਂ ਸੜਕ ਤੇ ਇਹਨਾਂ ਨੇ ਤਾਂ ਖੁੱਲੇ ਕਰਕੇ ਛੱਡਤਾ, ਕੀੜੇ ਪੈ ਜਾਂਦੇ ਆ, ਜਿਹੜਾ ਤਾਂ ਨਜ਼ਰ ਆ ਗਿਆ ਉਹਦਾ ਇਲਾਜ ਕਰਵਾਤਾ ਸਾਡੀਆਂ ਨਜ਼ਰਾਂ 'ਚ ਤੇ ਚਲੋ ਬਚ ਗਿਆ, ਜਿਹੜਾ ਨਹੀਂ ਨਜ਼ਰ ਆਇਆ ਉਹ ਵਿਚਾਰਾ ਕੀੜੇ ਪਊਗੇ ਤੇ ਮਰ ਜੂਗਾ। ਉਹਨੇ ਕਿਹੜਾ ਕਿਤੇ ਜਾ ਕੇ ਉਹਦੇ ਘਰ, ਉਹਦੇ ਵਿਚਾਰੇ ਦੇ ਕਿਹੜਾ ਨਾਲਦਿਆਂ ਨੇ ਜਾ ਕੇ ਇੱਥੇ ਕੋਰਟ 'ਚ ਕੇਸ ਕਰ ਦੇਣਾ ਵੀ ਭਾਈ ਸਾਡੇ ਤੇ ਅਤਿਆਚਾਰ ਹੋਈ ਜਾਂਦੇ ਆ। ਮੇਰੀ ਸਮਝ ਮੁਤਾਬਕ ਮੁਕਤਸਰ 'ਚ ਤਾਂ ਇਹ ਪਹਿਲੀ ਵਾਰੀ ਇੱਦਾਂ ਦਾ ਟੈਂਡਰ ਆਇਆ, ਪਰ ਜੋ ਮੈਂ ਫੀਲ ਕੀਤਾ ਕਿ ਇਹ ਕੁੱਤਿਆਂ ਦੀ ਆਪਰੇਸ਼ਨ ਨਸਬੰਦੀ ਦੇ ਨਾਂ 'ਤੇ ਕੁੱਤਿਆਂ 'ਤੇ ਬਹੁਤ ਜ਼ਿਆਦਾ ਅਤਿਆਚਾਰ ਹੋ ਰਹੇ ਆ। ਜਿਹੜੀ ਵੀ ਏਜੰਸੀ ਆਉਂਦੀ ਹੈ ਟੈਂਡਰ ਲੈਣ, ਉਹਨਾਂ ਦਾ ਮੇਨ ਮੁੱਦਾ ਹੁੰਦਾ ਪੈਸੇ ਕਮਾਉਣਾ। ਉਹਨਾਂ ਦਾ ਤਾਂ ਮੁੱਦਾ ਚਲੋ ਪੈਸੇ ਕਮਾਉਣਾ ਹੈ, ਪਰ ਮੈਨੂੰ ਅਫਸੋਸ ਇਸ ਗੱਲ ਦਾ ਹੈ ਵੀ ਸਾਡੇ ਆ ਜਿਹੜੇ ਪਬਲਿਕ ਆਫਿਸਿਸ ਜਿਨ੍ਹਾਂ ਦੇ ਅਸੀਂ ਇੰਨੇ ਖਰਚੇ ਬੀਅਰ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਐਡੇ ਐਡੇ ਵੱਡੇ ਅਫਸਰ ਬੈਠੇ ਹੈ, DC ਸਾਹਿਬ ਬੈਠੇ ਹੈ, ਜਿੱਥੇ ਸੈਕਟਰੀ
ਈਓ ਹੈਗੇ ਆ ਨਗਰ ਕੌਂਸਲ ਸ਼੍ਰੀ ਵਿਪਨ ਕੁਮਾਰ, ਜਿਨ੍ਹਾਂ ਦੀ ਡਿਊਟੀ ਸੀ ਸਾਰੇ ਕਾਗਜ਼ ਚੈੱਕ ਕਰਨਾ, ਜਾਂ ਡਿਪਟੀ ਡਾਇਰੈਕਟਰ ਜਿਨ੍ਹਾਂ ਦੀਆਂ ਤਨਖਾਹਾਂ ਲੱਖਾਂ 'ਚ ਹੈ, ਜਿਨ੍ਹਾਂ ਦਾ ਤਾਂ ਰਿਜਕ ਹੀ ਇਹੀ ਹੈ, ਉਹਨਾਂ ਨੂੰ ਸਿਵਲ ਹਸਪਤਾਲ ਜਿਹੜਾ ਵੈਟਨਰੀ ਦਾ ਹੈ, ਉਹਨਾਂ ਦਾ ਤਾਂ ਰਿਜਕ ਹੀ ਇਹ ਬੇਜ਼ੁਬਾਨੇ ਆ। ਤੇ ਜੇ ਇਹਨਾਂ ਵਰਗੇ ਜ਼ਿੰਮੇਵਾਰ ਬੰਦੇ ਆਪਦੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ, ਤਾਂ ਮੈਂ ਸਮਝਦੀ ਹਾਂ ਅੱਜ ਜਨਤਾ ਨੂੰ ਤੈਅ ਕਰਨਾ ਚਾਹੀਦਾ। ਤੁਹਾਡੇ ਮਾਧਿਅਮ ਤੋਂ ਮੈਂ ਇਹ ਕਹਿਣਾ ਚਾਹ ਰਹੀ ਹਾਂ ਅੱਜ ਕਿ ਅੱਜ ਜਨਤਾ ਤੈਅ ਕਰੇ ਵੀ ਕੀ ਸਾਨੂੰ ਐਡੇ ਵੱਡੇ ਪਬਲਿਕ ਆਫਿਸਿਸ ਦੇ ਖਰਚੇ ਬੀਅਰ ਕਰਨੇ ਚਾਹੀਦੇ ਆ। ਇਹਨਾਂ ਨੂੰ ਅਸੀਂ ਕਾਸ ਵਾਸਤੇ ਬਿਠਾਇਆ ਐਡੇ ਵੱਡੇ ਦਫ਼ਤਰਾਂ 'ਚ? ਕੋਈ ਕੰਮ ਨਾ ਕਰਨ ਵਾਸਤੇ? ਕੋਈ ਵੀ ਡਾਕੂਮੈਂਟ ਕੋਈ ਸਬਮਿਟ ਕਰਦੇ, ਕੋਈ ਜ਼ਿੰਮੇਵਾਰੀ ਨਹੀਂ, ਕੋਈ ਅਕਾਊਂਟੇਬਿਲਟੀ ਨਹੀਂ, ਕੋਈ ਰਿਸਪੌਂਸਿਬਿਲਟੀ ਨਹੀਂ। ਸਾਰਾ ਕੁਛ ਅਨਾਰਕੀ ਫੈਲੀ ਹੋਈ ਹੈ। ਸੈਂਟਰ ਗਵਰਨਮੈਂਟ ਕਿਹੜੇ ਦਾਅਵੇ ਕਰਦੀ ਹੈ, ਨਾ ਖਾਊਂਗਾ ਨਾ ਖਾਣੇ ਦੂੰਗਾ। ਤੇ ਕੈਪਟਨ ਅਮਰਿੰਦਰ ਸਾਹਿਬ ਆਏ ਸੀਗੇ ਕਿ ਮੇਰੇ ਬਿਊਰੋਕਰੈਟਸ ਬਹੁਤ ਅੱਛਾ ਕੰਮ ਕਰਨਗੇ। ਅਰੇ ਬਿਊਰੋਕਰੈਟਸ ਤਾਂ ਸੁਣਦੇ ਹੀ ਨਹੀਂ। ਮੈਂ ਬਹੁਤ ਵਾਰੀ ਜਾ ਕੇ ਆਈ ਹਾਂ, ਬੜੇ ਅਫਸਰਾਂ ਨੂੰ ਮੈਂ ਅਪੀਲ ਕਰ ਲਿਆ, ਇੰਨੀਆਂ ਚਿੱਠੀਆਂ ਮੇਰੇ ਕੋਲ, ਐਡੀਆਂ ਵੱਡੀਆਂ ਫਾਈਲਸ ਬਣ ਗਈਆਂ, ਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਕਿੰਨੇ ਅਫਸੋਸ ਦੀ ਗੱਲ ਹੈ। ਅੱਛਾ, ਜੋ ਤੁਸੀਂ ਹੁਣ ਗੱਲਬਾਤ ਰੱਖ ਰਹੀ ਸੀ ਸਾਰੀ, ਤਾਂ ਤੁਹਾਨੂੰ ਕੀ ਲੱਗਦਾ ਹੁਣ ਜਦੋਂ ਵੀ ਟੈਂਡਰ ਦਿੱਤਾ ਜਾਂ ਟੈਂਡਰ ਤੋਂ ਬਾਅਦ ਕਿਸ ਆਫਿਸਰ ਦੀ ਚੈਕਿੰਗ ਕਰਨ ਦੀ ਡਿਊਟੀ ਬਣਦੀ ਹੈ ਵੀ ਜਾ ਕੇ ਦੇਖੀਏ ਆਪਰੇਸ਼ਨ ਥੀਏਟਰ ਹੈ ਕਿ ਨਹੀਂ ਹੈ, ਕੰਮ ਸਹੀ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਡਾਕਟਰ ਹੈ ਕਿ ਨਹੀਂ ਹੈ, ਸਟਾਫ ਹੈ ਕਿ ਨਹੀਂ ਹੈ, ਐਂਬੂਲੈਂਸ ਹੈ ਕਿ ਨਹੀਂ ਹੈ? ਸਰ ਜਿਹੜੀ ਮੋਨੀਟਰਿੰਗ ਕਮੇਟੀ ਬਣਾਈ ਜਾਂਦੀ ਹੈ, ਡੀਸੀ ਸਾਹਿਬ ਚੇਅਰਮੈਨ ਹੁੰਦੇ ਆ, ਈਓ ਨਗਰ ਕੌਂਸਲ ਹੈ ਜਿਹੜੇ ਸੈਕਟਰੀ ਹੁੰਦੇ ਆ, ਡਿਪਟੀ ਡਾਇਰੈਕਟਰ ਹੈ ਜਿਹੜੀ ਮੇਨ ਜ਼ਿੰਮੇਵਾਰੀ ਇਹਨਾਂ ਦੀ ਹੁੰਦੀ ਹੈ। ਇਹ ਸਾਰੇ ਪਤਾ ਨਹੀਂ ਗਏ ਆ ਕਿ ਨਹੀਂ ਗਏ, ਪਰ ਕੁਝ ਵੀ ਉੱਥੇ ਨਹੀਂ ਹੈਗਾ ਸਹੀ। ਜੇ ਠੀਕ ਨਹੀਂ ਸੀ ਤਾਂ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ। ਈਓ ਸ਼੍ਰੀ ਵਿਪਨ ਕੁਮਾਰ ਦੀ ਸਭ ਤੋਂ ਪਹਿਲਾਂ ਡਿਊਟੀ ਇਹ ਬਣਦੀ ਸੀਗੀ ਕਿ ਇਹ ਦੇਖਦੇ ਕਿ ਟੈਂਡਰ ਜਿਹਨੂੰ ਦਿੱਤਾ ਜਾ ਰਿਹਾ ਕਿ ਉਹ ਟੈਂਡਰ ਸਾਰੇ ਡਾਕੂਮੈਂਟ ਵੈਰੀਫਾਈ ਕਰਨੇ ਚਾਹੀਦੇ ਸੀ, ਠੀਕ ਹੈਗੇ ਆ, ਉਹਨਾਂ ਦੀ ਅਥੈਂਟਿਸਿਟੀ ਚੈੱਕ ਕਰਨੀ ਚਾਹੀਦੀ ਸੀ ਕਿ ਉਹ ਡਾਕੂਮੈਂਟ ਫੋਰਜਡ ਤਾਂ ਨਹੀਂ। ਤੇ ਜਦੋਂ ਮੈਨੂੰ ਅਫਸੋਸ ਦੀ ਗੱਲ ਤਾਂ ਇਹ ਹੈ, ਜਦੋਂ ਮੈਂ ਧਿਆਨ 'ਚ ਵੀ ਲੈ ਆਈ ਤਾਂ ਹਾਲ ਤੱਕ ਟੈਂਡਰ ਕੈਂਸਲ ਕਿਉਂ ਨਹੀਂ ਹੋਇਆ? ਉਹ ਸੰਸਥਾ ਤੇ ਬੰਦੀ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਗਈ? ਇਸ ਦੀ ਕੋਈ ਜਵਾਬਦੇਹੀ ਹੈਗੀ ਇਹਨਾਂ ਕੋਲ? ਕਿਉਂ ਨਹੀਂ ਕੀਤੀ ਹਾਲੇ ਤੱਕ? ਤੁਸੀਂ ਇਹਨੇ ਡਾਕੂਮੈਂਟ ਦਿਖਾਏ ਨੇ ਕਿ ਤੁਸੀਂ ਪੂਰੀ ਜ਼ਿੰਮੇਵਾਰੀ ਨਾਲ ਕਹਿੰਦੇ ਹੋ? ਜੋ ਡਾਕੂਮੈਂਟ ਤੁਸੀਂ ਕਢਾਏ ਨੇ ਤੇ ਡਾਕੂਮੈਂਟ ਸਾਹਮਣੇ ਲੈ ਕੇ ਆਏ ਹੋ, ਤੁਸੀਂ ਉਸ ਦੀ ਜ਼ਿੰਮੇਵਾਰੀ ਚੱਕਦੇ ਹੋ? ਸਰ ਇਹ ਸਾਰੇ ਕਾਗਜ਼ ਮੇਰੇ ਕੋਲ ਆਰਟੀਆਈ ਦੇ ਵਿੱਚ ਆਏ ਹੈ। ਜੇ ਆਰਟੀਆਈ ਐਕਟ ਦੀ ਜ਼ਿੰਮੇਵਾਰੀ ਤਾਂ ਹੁਣ ਸਰਕਾਰ ਦੀ ਹੈ। ਮੈਂ ਤਾਂ ਆਰਟੀਆਈ ਦੇ ਵਿੱਚ ਅਪਲਾਈ ਕੀਤਾ ਤੇ ਆਰਟੀਆਈ ਦੇ ਵਿੱਚ ਮੈਨੂੰ ਸਾਰੇ ਜਵਾਬ ਆਏ ਹੈ। ਇਸ ਕਰਕੇ ਮੇਰੇ ਕੋਲ ਤਾਂ ਸਾਰੇ ਡਿਊਲੀ ਅਟੈਸਟਡ ਕਾਪੀਜ਼ ਹੈ। ਤਾਂ ਮੈਂ ਤਾਂ ਜ਼ਿੰਮੇਵਾਰੀ ਨਾਲ ਹੀ ਇਹ ਗੱਲ ਕਹਿ ਰਹੀ ਹਾਂ ਜੋ ਮੈਂ ਕਹਿ ਰਹੀ ਹਾਂ ਕਿ ਵਾਕਈ ਕਰਪਸ਼ਨ ਸਾਡੇ ਇੰਨੇ ਖੂਨ ਦੇ ਵਿੱਚ ਵੜ ਗਈ ਹੈ ਕਿ ਕਰਪਸ਼ਨ ਤੋਂ ਬਿਨਾਂ ਅਸੀਂ ਕੰਮ ਹੀ ਨਹੀਂ ਕਰ ਸਕਦੇ। ਇਹਦੇ ਤੋਂ ਤਾਂ ਇਹੀ ਲੱਗਦਾ ਕਿ ਕਰਪਸ਼ਨ ਸਾਡੀਆਂ ਜੜ੍ਹਾਂ ਵਿੱਚ ਜਾ ਚੁੱਕੀ ਹੈ ਤੇ ਅਸੀਂ ਇਹਦੇ ਬਿਨਾਂ ਕੰਮ ਹੀ ਨਹੀਂ ਕਰ ਸਕਦੇਗੇ। ਔਰ ਅਸੀਂ ਕਹਿੰਦੇ ਹਾਂ ਕਿ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਬਾਹਰ ਬਹੁਤ ਵਧੀਆ, ਬਾਹਰਲੇ ਮੁਲਕ ਵਿੱਚ ਆ ਬਹੁਤ ਵਧੀਆ ਚੀਜ਼ ਹੈ। ਵੀ ਮੈਨੂੰ ਇੱਕ ਚੀਜ਼ ਸਮਝ ਨਹੀਂ ਆਈ, ਉੱਥੇ ਇਹ ਜਾਂ ਕੀ ਵਧੀਆ ਹੈ? ਉੱਥੇ ਲਾਅ ਐਂਡ ਆਰਡਰ ਬਹੁਤ ਵਧੀਆ ਹੈ। ਸਭ ਤੋਂ ਵੱਡੀ ਗੱਲ ਹੈ ਜਿਹੜੀ ਉੱਥੇ ਕਾਨੂੰਨ ਮਤਲਬ ਕਾਨੂੰਨ ਹੈ। ਉੱਥੇ ਕਾਨੂੰਨ ਪ੍ਰਧਾਨ ਮੰਤਰੀ ਲਈ ਵੀ ਕਾਨੂੰਨ ਹੈ ਤੇ ਆਮ ਬੰਦੇ ਲਈ ਵੀ ਕਾਨੂੰਨ ਹੈ। ਪਰ ਇੱਥੇ ਸਾਡੇ ਕੀ ਹੈ, VIPs ਲਈ ਕੋਈ ਕਾਨੂੰਨ ਨਹੀਂ ਹੈਗਾ। ਸਾਰੇ ਕਾਨੂੰਨ ਆਮ ਬੰਦਿਆਂ ਲਈ ਹੈ। ਅਸੀਂ ਇੱਕ ਮਾਸਕ ਪਾ ਕੇ ਨਹੀਂ ਨਿਕਲਦੇ, ਠੀਕ ਹੈ? ਸਾਡੇ ਤੇ ਮਿੰਟੋ ਮਿੰਟੀ 500 ਤੋਂ ਲੈ ਕੇ 2000 ਤੱਕ ਦੇ ਚਲਾਨ ਕੱਟਦੇ ਆ ਨਾ ਸਰ। ਹੁਣ ਤੁਸੀਂ ਇਹਦੇ ਤੇ ਕੀ ਕਹੋਗੇ? ਇੰਨੇ ਸਾਰੀ ਮੇਰੇ ਕੋਲ ਘੱਟੋ ਘੱਟ 4 ਫਾਈਲਸ ਇਕੱਠੀਆਂ ਹੋ ਗਈਆਂ ਇੰਨੀਆਂ ਮੋਟੀਆਂ, ਪਰ ਇੱਕ ਤੇ ਵੀ ਕਾਰਵਾਈ ਨਹੀਂ ਹੋਈ। ਤਾਂ ਆਪਾਂ ਕੀ ਕਵਾਂਗੇ? ਕਰਪਸ਼ਨ ਕਰਕੇ ਨਹੀਂ ਹੋਈ, ਕਿ ਡੈਲੀਬਰੇਟਲੀ ਨਹੀਂ ਹੋਈ, ਕਿ ਅਸੀਂ ਜ਼ਿੰਮੇਵਾਰੀ ਨਹੀਂ ਸਮਝਦੇ ਕਿ ਅਸੀਂ ਜ਼ਿੰਮੇਵਾਰੀ ਨਾਲ ਕੰਮ ਕਰਨਾ ਹੈ? ਤੇ ਸਾਰੀ ਗੱਲਬਾਤ ਸੁਣੀਏ। ਕਦਾਮਨੀ ਅਰੋੜਾ ਜੀ ਸਾਡੇ ਨਾਲ ਸਨ, ਐਡਵੋਕੇਟ ਨੇ। ਚਰਚਾ ਤਾਂ ਚੱਲਦੀ ਸੀ ਕਿ ਪਿਛਲੇ 1 ਸਾਲ ਤੋਂ ਆਵਾਜ਼ ਚੁੱਕੀ ਹੋਈ ਸੀ ਇਹਨਾਂ ਨੇ, ਜੋ ਟੈਂਡਰ ਮਿਲਦੇ ਨੇ, ਜੋ ਕੁੱਤਿਆਂ ਦੀ ਨਸਬੰਦੀ ਦੇ ਟੈਂਡਰ ਮਿਲਦੇ ਨੇ, ਕਿਤੇ ਨਾ ਕਿਤੇ ਆਰਟੀਆਈ ਰਾਹੀਂ ਸਾਹਮਣੇ ਲੈ ਕੇ ਆਏ ਨੇ ਕਿ ਟੈਂਡਰ ਜੋ ਮਿਲੇ ਕੰਪਨੀ ਨੂੰ ਮਿਲੇ ਨੇ ਉਹ ਗਲਤ ਨੇ। ਡਾਕਟਰ ਸਾਹਿਬ ਤੇ ਵੀ ਇਹਨਾਂ ਨੇ ਸਵਾਲ ਦੇ ਨਿਸ਼ਾਨ ਲਗਾਏ ਨੇ। ਕਰਪਸ਼ਨ ਦੀਆਂ ਜੜ੍ਹਾਂ ਜਿਹੜੀਆਂ ਨੇ ਲੱਗਦਾ ਬਹੁਤ ਮਜ਼ਬੂਤ ਨੇ ਆਪਣੇ ਭਾਰਤ ਦੇਸ਼ ਦੇ ਵਿੱਚ। ਪ੍ਰਧਾਨ ਮੰਤਰੀ ਕਹਿ ਤਾਂ ਦਿੰਦੇ ਨੇ ਨਾ ਖਾਊਂਗਾ ਨਾ ਖਾਣੇ ਦੂੰਗਾ, ਪਰ ਕੁੱਤਿਆਂ ਦੇ ਨਾਂ ਤੇ ਵੀ ਖਾ ਰਹੇ ਨੇ। ਕੁੱਤਿਆਂ ਦੇ ਨਾਂ ਤੇ ਵੀ ਕਰਪਸ਼ਨ ਹੋ ਰਹੀ ਹੈ। ਤਾਂ ਸੋਚ ਸਕਦੇ ਹੋ ਕਿ ਦੇਸ਼ ਕਿਹੜੇ ਪਾਸੇ ਜਾ ਰਿਹਾ, ਕਿੱਥੇ ਤਰੱਕੀ ਕਰ ਰਿਹਾ। ਆਫਿਸਰ ਦੀ ਜ਼ਿੰਮੇਵਾਰੀ ਬਣਦੀ ਸੀ, ਕੋਈ ਵੀ ਆਫਿਸਰ ਹੈ ਉਸ ਆਫਿਸਰ ਦੀ ਜ਼ਿੰਮੇਵਾਰੀ ਬਣਦੀ ਸੀ ਜਾ ਕੇ ਦੇਖਦੇ। ਉਹ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਸੀ ਜਿਨ੍ਹਾਂ ਨੇ ਕਾਗਜ਼ ਸਬਮਿਟ ਕੀਤੇ, ਕਾਗਜ਼ ਚਲੇ ਗਏ ਕਿ ਕਾਗਜ਼ ਵੈਰੀਫਾਈ ਹੋਏ। ਅੱਜ ਕੱਲ੍ਹ ਤਾਂ ਨੌਕਰੀ ਲੈਣ ਵੀ ਕੋਈ ਵਿਅਕਤੀ ਜਾਂਦਾ ਹੈ, ਉਸ ਵੀ ਕਾਗਜ਼ ਵੈਰੀਫਾਈ ਕਰਦੇ ਨੇ, ਉਸ ਤੋਂ ਬਾਅਦ ਹੀ ਜਾ ਕੇ ਕਿਤੇ ਨੌਕਰੀ ਮਿਲਦੀ ਹੈ। ਪਰ ਐਡਾ ਵੱਡਾ ਟੈਂਡਰ, ਲੱਖਾਂ ਦੇ ਵਿੱਚ ਟੈਂਡਰ ਦੇ ਦਿੱਤਾ ਗਿਆ। ਜ਼ਿੰਮੇਵਾਰੀ ਹੁਣ ਕੌਣ ਤੈਅ ਕਰੂਗਾ? ਕੌਣ ਆਪਦਾ ਤੈਅ ਕਰੂਗਾ ਕਿ ਠੀਕ ਹੈ ਸਾਡੇ ਕੋਲ ਗਲਤੀ ਹੋਏਗੀ? ਹੁਣ ਕੋਈ ਗਲਤੀ ਮੰਨੂਗਾ ਜਾਂ ਗਲਤੀ ਦੇ ਹੋਣ ਦੇ ਬਾਵਜੂਦ ਵੀ ਇਹ ਕਹਿਣਗੇ ਕਿ ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ?